ਨਿਸ਼ਾਨੀ ਚੰਦ ਇਸ ਬਿਦ ਪਇਓ ਪ੍ਰਕਾਸ਼ ਦਿਨ, ਧਰ ਚੀਰ ਸਰੀਰਾ ਸ਼ਸਤਰ ਸਜੇ ਸਭ ਅੰਗ ਮੈਂ, ਪ੍ਰਭ ਗੁਨੀ ਗਾਈਰਾ ਹੋਤੇ ਜੋ ਨਰ ਪ੍ਰਧਾਨ ਤੈਂ, ਰਾਨੀ ਸੋ ਪਠਾਏ ਬਿਨਤੀ ਕਰ ਆਨੋ ਪ੍ਰਭੂ, ਸਿੱਖ ਜੁਤ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ। ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਸਾਈਂ। ਹਾਜ਼ਰਾ ਹਜੂਰ ਜਹਰਾਂ ਜਹੂਰ, ਸਰਬ ਕਲਾ ਭਰਪੂਰ। ਕਲਯੁਗ ਕੇ ਜਹਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਇਕੱਤਰ ਹੋਈ ਗੁਰੂ ਸਵਰੂਪ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ, ਗੁਰੂ ਰੰਗ 'ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਨਿਤਾ ਪ੍ਰਤੀ ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਦੀਨ ਦੁਨੀਆਂ ਦੇ ਮਾਲਕ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਸਵਾਮੀ ਸ੍ਰੀ ਪੌਂਟਾ ਸਾਹਿਬ ਤੋਂ ਗੁਰਦੁਆਰਾ ਟੋਕਾ ਸਾਹਿਬ ਆਏ ਹਨ। ਇੱਥੇ ਤਕਰੀਬਨ 13 ਦਿਨ ਸਤਿਗੁਰੂ ਜੀ ਰਹੇ ਨੇ। ਨਾਲ ਵਸਦੇ ਦੋ ਪਿੰਡ ਟੋਟਾ ਤੇ ਲਾਹਾ, ਇੱਥੋਂ ਜਿਹੜੇ ਰਹਿਣ ਵਾਲੇ ਰੰਗੜ ਸਨ, ਸਤਿਗੁਰਾਂ ਦੇ ਊਂਠ ਚੋਰੀ ਕਰਕੇ ਲੈ ਗਏ। ਗਰੀਬ ਨਵਾਜ ਸਾਹਿਬ ਨੇ ਤਿਨਾਂ ਦੀ ਨੀਅਤ ਮੁਤਾਬਕ ਉਹਨਾਂ ਨੂੰ ਫਲ ਦਿੱਤਾ। ਔਰ ਨਾਲ ਦਾ ਪਿੰਡ ਗਰੀਬ ਸੀ, ਤਿਨਾਂ ਨੇ ਸੇਵਾ ਭਾਵ ਰੱਖਿਆ, ਸਤਿਗੁਰਾਂ ਪ੍ਰਤੀ ਨੀਅਤ ਸਾਫ਼ ਸੀ, ਉਹਨਾਂ ਨੂੰ ਸਤਿਗੁਰਾਂ ਨੇ ਲਾਹਾ ਬਖਸ਼ਿਆ। ਮੇਦਨੀ ਪ੍ਰਕਾਸ਼ ਦੇ ਭੇਜੇ ਵਜ਼ੀਰਾਂ ਨਾਲ ਗੱਲਬਾਤ ਹੋਈ। ਸਤਿਗੁਰੂ ਜੀ ਟੋਕਾ ਸਾਹਿਬ ਤੋਂ ਚੱਲੇ ਨੇ ਰਾਣੀ ਕਾ ਰਾਏਪੁਰ ਨਗਰ, ਇਹਦੇ ਨੇੜੇ ਸਤਿਗੁਰੂ ਜੀ ਉਤਰੇ ਹਨ। ਮੇਰੇ ਖਿਆਲ 'ਚ ਉਸ ਨਗਰ ਦਾ ਨਾਮ ਖਾਨ ਟਾਬਰਾ ਹੈ, ਜਿੱਥੇ ਕਲਗੀਧਰ ਜੀ ਦਾ ਉਤਾਰਾ ਹੋਇਆ। ਉੱਥੋਂ ਨੇੜੇ ਰਾਣੀ ਕਾ ਰਾਏਪੁਰ ਨਗਰ ਦੀ ਜੋ ਰਾਣੀ ਸੀ, ਇਹਦੇ ਮਨ 'ਚ ਸਿੱਖ ਹੋਈ ਕਿ ਸਤਿਗੁਰੂ ਜੀ ਸਾਡੇ ਘਰ ਆ ਕੇ ਚਰਨ ਪਾਉਣ ਤੇ ਭੋਜਨ ਛਕਣ। ਇਹਨੇ ਬੇਨਤੀ ਕੀਤੀ, ਸਤਿਗੁਰੂ ਜੀ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ। ਰਾਤ ਬੀਤੀ, ਅਗਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਰਾਣੀ ਨੇ ਆਪਣੇ ਹੱਥੀਂ ਨਾਲ ਨੌਕਰ ਚਾਕਰ ਲਾ ਕੇ ਭਾਂਤ ਭਾਂਤ ਦੇ ਪਕਵਾਨ ਭੋਜਨ ਤਿਆਰ ਕੀਤਾ। ਬੜੇ ਸ਼ੁੱਧ ਤਰੀਕੇ ਨਾਲ ਰਸੋਈ ਸਿੱਧ ਕੀਤੀ। ਜਦੋਂ ਭੋਜਨ ਪੱਕ ਕੇ ਤਿਆਰ ਹੋ ਗਿਆ, ਉੱਧਰ ਅੰਮ੍ਰਿਤ ਵੇਲੇ ਸਤਿਗੁਰੂ ਕਲਗੀਧਰ ਜੀ ਸੋਚ ਇਸ਼ਨਾਨ ਕਰਕੇ ਆਪਣੇ ਨਿਜ ਧਿਆਨ ਪਰਾਇਣ ਹੋਏ ਨੇ।
ਨਿਜਾਤਮਕ ਆਨੰਦ ਦੇ ਵਿੱਚ ਸਤਿਗੁਰਾਂ ਨੇ ਸੁਰਤ ਜੋੜੀ ਹੈ। ਦਿਨ ਚੜ੍ਹਦਿਆਂ ਤੱਕ ਬੈਠੇ ਰਹੇ। ਆਸਾ ਜੀ ਦੇ ਵਾਰ ਦੇ ਕੀਰਤਨ ਹੋਏ। ਲੋ ਲੱਗੀ ਹੈ, ਕੀਰਤਨ ਦੀ ਸਮਾਪਤੀ ਹੋਈ ਹੈ। ਤਾਂ ਉਸ ਵਕਤ ਰਾਣੀ ਨੇ ਆਪਣੇ ਕੁਝ ਅਹਿਲਕਾਰ ਸਤਿਗੁਰੂ ਜੀ ਦੇ ਕੋਲ ਬੇਨਤੀ ਕਰਨ ਲਈ ਭੇਜੇ ਨੇ। ਆਓ ਮਨ ਔਰ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ, ਪੰਥ ਦੇ ਵਾਲੀ, ਚਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ, ਦੇਗ ਉਰ ਤੇਗ ਕੇ ਧਨੀ ਸਤਿਗੁਰੂ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹੂ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ। ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਇਆ ਨਿਧ ਅੰਤਰਯਾਮੀ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਇਸ ਬਿਦ ਪਇਓ ਪ੍ਰਕਾਸ਼ ਦਿਨ, ਤਰ ਚੀਰ ਸਰੀਰਾ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜਦੋਂ ਲੋ ਲੱਗੀ, ਦਿਨ ਚੜ੍ਹਿਆ, ਸਮਾਧੀ ਚੋਂ ਬਾਹਰ ਆਏ ਨੇ। ਦਇਆਨਿਧ ਸੁਆਮੀ ਜੀ ਨੇ ਆਪਣੇ ਸਰੀਰ ਤੇ ਸੋਹਣੇ ਬਸਤਰ, ਸੋਹਣੇ ਸ਼ਸਤਰ ਧਾਰਨ ਕੀਤੇ ਹਨ। ਸ਼ਸਤਰ ਸਜੇ ਸਭ ਅੰਗ ਮੈਂ, ਪ੍ਰਭ ਗੁਨੀ ਗਹੀਰਾ। ਜਿੱਥੇ ਸੁੰਦਰ ਬਸਤਰ ਨੇ, ਬੜੇ ਸੁੰਦਰ ਸ਼ਸਤਰ ਮਹਾਰਾਜ ਜੀ ਦੇ ਗਾਤਰੇ ਵਿੱਚ। ਪਾਤਸ਼ਾਹ ਦੀ ਬੜੀ ਸੋਹਣੀ ਸ਼੍ਰੀ ਸਾਹਿਬ ਹੈ, ਤਲਵਾਰ ਹੈ ਗਾਤਰੇ 'ਚ, ਜਿਸ ਦੇ ਮੁੱਠੇ ਤੇ ਕਈ ਤਰ੍ਹਾਂ ਦੇ ਹੀਰੇ ਮੋਤੀ ਜੜੇ ਹੋਏ ਨੇ। ਮੋਢਿਆਂ ਤੇ ਤੀਰਾਂ ਦਾ ਪੱਥਾ ਹੈ। ਕਮਰ ਕੱਸੇ ਵਿੱਚ ਵੀ ਮਹਾਰਾਜ ਜੀ ਅਨੇਕਾਂ ਛੋਟੇ ਸ਼ਸਤਰ ਰੱਖਦੇ ਹਨ। ਤੋ ਬੜੇ ਬੜੇ ਸੋਹਣੇ ਸ਼ਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ। ਹੋਤੇ ਜੋ ਨਰ ਪ੍ਰਧਾਨ ਤੈ, ਰਾਣੀ ਸੋ ਪਠਾਏ। ਰਾਣੀ ਜਿਹੜੀ ਸੀ ਰਾਏਪੁਰ ਦੀ, ਇਹਨੇ ਆਪਣਾ ਇੱਕ ਪ੍ਰਧਾਨ ਵਜ਼ੀਰ ਜੋ ਇਸ ਦੇ ਕੰਮ ਕਾਜ ਨੂੰ ਸਾਂਭਦਾ ਸੀ, ਉਹਦੇ ਨਾਲ ਕੁਝ ਸੇਵਾਦਾਰ ਦੇ ਕੇ ਕਲਗੀਧਰ ਜੀ ਕੋਲ ਬੇਨਤੀ ਕਰਨ ਲਈ ਭੇਜਿਆ। ਬਿਨਤੀ ਕਰ ਆਨੋ ਪ੍ਰਭੂ, ਸਿੱਖ ਜੁਤ ਸਮੁਦਾਏ। ਰਾਣੀ ਕਹਿਣ ਲੱਗੀ ਆਪਣੇ ਪ੍ਰਧਾਨ ਵਜ਼ੀਰ ਨੂੰ ਕਿ ਵਜ਼ੀਰ ਜੀ ਤੁਸੀਂ ਗੁਰੂ ਜੀ ਕੋਲ ਜਾਓ, ਬੇਨਤੀ ਕਰਕੇ ਸਤਿਕਾਰ ਨਾਲ ਉਹਨਾਂ ਦੇ ਸਿੱਖਾਂ ਸਮੇਤ ਉਹਨਾਂ ਨੂੰ ਇੱਥੇ ਮੇਰੇ ਕਿਲੇ ਵਿੱਚ, ਮਹਿਲ ਵਿੱਚ ਲੈ ਕੇ ਆਓ, ਤਾਂ ਜੋ ਸਤਿਗੁਰੂ ਜੀ ਆ ਕੇ ਮੇਰਾ ਭੋਜਨ ਗ੍ਰਹਿਣ ਕਰਨ। ਗਏ ਚੌਂਪ ਜੁਤ ਦਰਸ ਕਰ, ਪਗ ਬੰਧਨ ਠਾਨੀ। ਰਾਣੀ ਦਾ ਵਜ਼ੀਰ ਤੇ ਉਹਦੇ ਨਾਲ ਦੇ ਜਿਹੜੇ ਕੁਝ ਕਹਿਲਕਾਰ ਸਨ, ਇਹ ਚੱਲ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ। ਗੁਰਦੇਵ ਦੇ ਚਰਨਾਂ ਵਿੱਚ ਆ ਕੇ ਬੜੇ ਅਦਬ ਸਤਿਕਾਰ ਤੇ ਭਾਵਨਾ ਸਹਿਤ ਮਹਾਰਾਜ ਜੀ ਦੇ ਚਰਨਾਂ 'ਚ ਵੰਦਨਾ ਕੀਤੀ ਹੈ। ਨਮਸਕਾਰ ਕਰਨ ਵੇਲੇ ਹਰ ਇੱਕ ਪ੍ਰਾਣੀ ਮਾਤਰ ਦੇ ਹਿਰਦੇ 'ਚ ਭਾਵ ਆਪੋ ਆਪਣੇ ਪ੍ਰਕਾਰ ਦਾ ਹੁੰਦਾ ਹੈ। ਇੱਕੋ ਜਿਹੇ ਭਾਵ ਨਾਲ ਸਾਰੇ ਨਮਸਕਾਰ ਨਹੀਂ ਕਰਦੇ। ਗੁਰੂ ਸਾਹਿਬ ਨੂੰ ਆਪਾਂ ਵੀ ਸਾਰਿਆਂ ਨੇ ਆ ਕੇ ਨਮਸਕਾਰ ਕੀਤੀ ਹੈ। ਜੋ ਭਾਵ ਮੇਰੇ ਵਿੱਚ ਹੋਵੇਗਾ ਸ਼ਾਇਦ ਉਹ ਤੁਹਾਡੇ 'ਚ ਨਾ ਹੋਵੇ, ਜੋ ਤੁਹਾਡੇ 'ਚ ਹੈ ਉਹ ਸ਼ਾਇਦ ਮੇਰੇ ਵਿੱਚ ਨਾ ਹੋਵੇ। ਸਭ ਦੀ ਆਪੋ ਆਪਣੀ ਭਾਵਨਾ ਹੈ। ਉਸ ਭਾਵਨਾ ਸਹਿਤ ਗੁਰੂ ਚਰਨਾਂ 'ਚ ਆਪਾਂ ਸਾਰੇ ਨਮਸਕਾਰ ਕਰਦੇ ਹਾਂ। ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਹੈ, ਤੈਸਾ ਤਿਸ ਨੂੰ ਫਲ ਪ੍ਰਾਪਤ ਹੁੰਦਾ ਚਲਿਆ ਜਾਂਦਾ ਹੈ।
ਤੇ ਜੇ ਭਾਵਨਾ ਨਾ ਹੋਵੇ ਤੇ ਭਾਵਨਾ ਤੋਂ ਵਿਹੂਣੇ ਅਸੀਂ ਸੀਸ ਝੁਕਾਈਏ, ਮੱਥਾ ਟੇਕੀਏ, ਫਿਰ ਉਹਦਾ ਕੋਈ ਲਾਭ ਨਹੀਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਬਚਨ ਨੇ। ਮਹਾਰਾਜ ਜੀ ਕਹਿੰਦੇ, ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ। ਭਾਵਨਾ ਬਿਨਾਂ ਨਹੀਂ ਗੱਲ ਬਣਦੀ। ਖੈਰ, ਇਹ ਪ੍ਰਧਾਨ ਆਇਆ, ਵਜ਼ੀਰ ਆਇਆ, ਇਹਨੇ ਸਤਿਗੁਰਾਂ ਦੇ ਸਤਿਕਾਰ ਵਜੋਂ ਗੁਰਦੇਵ ਅੱਗੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ। ਮਹਾਰਾਜ ਅੰਤਰ ਦੁਰਗ ਪ੍ਰਤੀਖਤ ਰਾਨੀ। ਬੇਨਤੀ ਕੀਤੀ, ਮਹਾਰਾਜ ਅੰਦਰ ਕਿਲੇ ਵਿੱਚ ਸਾਡੇ ਨਗਰ ਰਾਏਪੁਰ ਦੀ ਜੋ ਰਾਣੀ ਹੈ ਉਹ ਆਪ ਜੀ ਦੀ ਉਡੀਕ ਕਰ ਰਹੀ ਹੈ। ਨਾਨਾ ਭੋਜਨ ਤਿਆਰ ਹੈ ਕਰੁਣਾ ਅਬ ਕੀਜੈ। ਰਾਣੀ ਵੱਲੋਂ ਬੇਨਤੀ ਹੈ ਕਿ ਉਹਨੇ ਭੋਜਨ ਤਿਆਰ ਕੀਤਾ ਹੋਇਆ, ਆਪ ਜੀ ਕਿਰਪਾ ਕਰਕੇ ਕਿਲੇ 'ਚ ਪ੍ਰਸਥਾਨ ਕਰੋ। ਉਹ ਰਾਣੀ ਦਾ ਜੋ ਭੋਜਨ ਹੈ ਉਹ ਆਪ ਜੀ ਗ੍ਰਹਿਣ ਕਰਕੇ ਤਿਸ ਦੀ ਭਾਵਨਾ ਪੂਰਨ ਕਰੋ। ਦਾਸਨ ਕੀ ਆਸ਼ਾ ਪੁਰੋ ਔਰ ਆਨੰਦ ਦੀਜੈ। ਮਹਾਰਾਜ ਜੀ, ਤੁਸੀਂ ਆਪਣੇ ਦਾਸਾਂ ਦੀਆਂ ਆਸਾਂ ਪੂਰੀਆਂ ਕਰਦੇ ਹੋ। ਤੁਹਾਡੇ ਜਿਹੜੇ ਦਾਸ ਨੇ, ਸੇਵਕ ਨੇ, ਤਿਨਾਂ ਦੇ ਮਨ ਦੀਆਂ ਆਸਾਂ ਸਤਿਗੁਰੂ ਜੀ ਆਪ ਜੀ ਪੂਰਨ ਕਰਦੇ ਹੋ। ਆਪ ਜੀ ਆਪਣੇ ਸੇਵਕਾਂ ਦੀਆਂ ਇੱਛਾਵਾਂ ਪੂਰਨ ਕਰਕੇ ਤਿਨਾਂ ਨੂੰ ਆਨੰਦ ਪ੍ਰਦਾਨ ਕਰਦੇ ਹੋ। ਉੱਠ ਕਰ ਗਮਨੇ ਸ਼੍ਰੀ ਪ੍ਰਭੂ ਲੈ ਸਿੱਖ ਸਮੁਦਾਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੇਨਤੀ ਸੁਣੀ, ਉੱਠੇ ਨੇ, ਤਿਆਰੀ ਬੈਠੇ ਸਨ ਸਤਿਗੁਰੂ। ਆਪਣੇ ਨਾਲ ਜਿਹੜੇ ਆਪਣੇ ਖਾਸ ਸੇਵਕ ਨੇ, ਅਹਿਲਕਾਰ ਨੇ, ਉਹ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਨਿਕਟਵਰਤੀ ਸਿੱਖਾਂ ਨੂੰ ਆਪਣੇ ਨਾਲ ਲਿਆ ਹੈ। ਦਇਆ ਰਾਮ ਨੰਦ ਚੰਦ ਕੋ ਤ੍ਰੈ ਭਰਾਤ ਬੁਲਾਏ। ਕੌਣ ਕੌਣ ਚੱਲੇ ਨੇ ਸਤਿਗੁਰਾਂ ਨਾਲ? ਮਹਾਰਾਜ ਜੀ ਨੇ ਆਪਣੇ ਘਰ ਦੇ ਬੜੇ ਹੀ ਪਿਆਰੇ ਅਨੰਨ ਸੇਵਕ ਭਾਈ ਦਇਆ ਰਾਮ ਜੀ ਨੂੰ ਸੱਦਿਆ। ਫਿਰ ਗੁਰੂ ਘਰ ਦੇ ਦੀਵਾਨ ਨੰਦ ਚੰਦ ਜੀ, ਇਹ ਭਾਈ ਉਮਰ ਸ਼ਾਹ ਦੇ ਪੋਤਰੇ ਸਨ, ਭਾਈ ਨੰਦ ਚੰਦ ਜੀ ਤੋਂ ਦੀਵਾਨ ਨੰਦ ਚੰਦ ਜੀ। ਫਿਰ ਜਿਹੜੇ ਤਿੰਨ ਭਰਾ ਯਾਨੀ ਕਿ ਬੀਬੀ ਵੀਰੋ ਦੇ ਸਪੁੱਤਰ, ਇਹ ਪੰਜ ਭਾਈ ਸਨ, ਦੋ ਭੰਗਾਣੀ ਦੇ ਜੰਗ 'ਚ ਸ਼ਹੀਦ ਹੋ ਚੁੱਕੇ ਨੇ। ਇਹ ਜਿਹੜੇ ਛੋਟੇ ਤਿੰਨ ਸਾਹਿਬਜ਼ਾਦੇ ਨੇ ਬੀਬੀ ਵੀਰੋ ਦੇ, ਇਹਨਾਂ ਨੂੰ ਵੀ ਕਲਗੀਧਰ ਜੀ ਨੇ ਬੁਲਾਇਆ। ਨਾਮ ਮਹਿਰੀ ਚੰਦ ਜਿਸ ਅਰ ਗੰਗਾ ਰਾਮੰਗ। ਇਹ ਜਿਹੜੇ ਤਿੰਨ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣਜੇ ਨੇ, ਇਹਨਾਂ ਦਾ ਨਾਮ, ਇੱਕ ਦਾ ਨਾਮ ਭਾਈ ਮਾਰੀ ਚੰਦ ਹੈ, ਦੂਸਰੇ ਇਹਨਾਂ ਦੇ ਨਾਲ ਭਾਈ ਗੰਗਾ ਰਾਮ ਜੀ ਹਨ। ਚੰਦ ਗੁਲਾਬ ਸੋ ਤੀਸਰੋ ਜਿਨ ਤਨ ਅਭਿਰਾਮੰਗ। ਔਰ ਤੀਸਰੇ ਭਾਈ ਗੁਲਾਬ ਚੰਦ ਜੀ ਨੇ, ਬੜੇ ਸੁੰਦਰ ਸਰੂਪ ਵਾਲੇ ਨੇ, ਸਰੀਰ ਵੀ ਬੜੇ ਸੁੰਦਰ, ਉੱਚੇ ਲੰਮੇ ਕੱਦ ਕਾਠ ਨੇ, ਬਲ ਨਾਲ ਭਰੇ ਹੋਏ ਹਨ। ਇਤਿਆਦਿਕ ਸਭ ਸੰਗ ਲੈ ਗੁਰ ਦੁਰਗ ਪ੍ਰਵੇਸ਼ੇ। ਇਹਨਾਂ ਤੋਂ ਇਲਾਵਾ ਕੁਝ ਕੁ ਸੇਵਾਦਾਰ ਸੇਵਕਾਂ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਜੀ ਆਏ ਨੇ। ਰਾਣੀ ਦਾ ਜੋ ਕਿਲਾ ਹੈ, ਉਸ ਕਿਲੇ ਵਿੱਚ ਮੇਰੇ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ ਹੈ। ਉਠ ਰਾਣੀ ਆਗੇ ਆਈ ਹਿਤ ਮਾਨ ਵਿਸ਼ੇਸ਼ੇ। ਰਾਣੀ ਨੂੰ ਪਤਾ ਲੱਗਾ ਸਤਿਗੁਰੂ ਜੀ ਆ ਗਏ ਨੇ, ਕਿਲੇ 'ਚ ਪ੍ਰਵੇਸ਼ ਕਰ ਗਏ ਨੇ। ਉਹ ਅੱਗੇ ਆਈ ਉੱਠ ਕੇ ਮਹਾਰਾਜ ਜੀ ਦਾ ਸਵਾਗਤ ਕਰਨ ਲਈ, ਸਤਿਗੁਰਾਂ ਦੀ ਆਓ ਭਗਤ ਕਰਨ ਲਈ ਮਹਾਰਾਜ ਜੀ ਦੇ ਸਤਿਕਾਰ ਵਜੋਂ ਆਪਣੀਆਂ ਦਾਸੀਆਂ ਸਮੇਤ ਚੱਲ ਕੇ ਆਈ ਹੈ। ਚਰਨ ਕਮਲ ਪਰ ਪੁੱਤਰ ਕੋ ਸਿਰ ਦੀਨ ਟਿਕਾਈ। ਇਹਦਾ ਛੋਟਾ ਜਿਹਾ ਪੁੱਤਰ ਸੀ, ਉਹਨੂੰ ਨਾਲ ਲਿਆ ਕੇ ਨੇ ਸਤਿਗੁਰਾਂ ਦੇ ਚਰਨਾਂ ਤੇ ਆਪਣੇ ਪੁੱਤਰ ਦਾ ਵੀ ਮੱਥਾ ਟਿਕਾਇਆ। ਆਪਣੇ ਰਾਜਕੁਮਾਰ ਦਾ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟਿਕਾਇਆ, ਨਮਸਕਾਰ ਕਰਵਾਈ। ਪੁਨ ਅਭਿਵੰਦਨ ਆਪ ਕਰ ਪਿਖ ਮੁਖ ਹਰ ਖਾਈ। ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨੇ ਆਪ ਅਭਿਵੰਦਨਾ ਕੀਤੀ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਬਹੁਤ ਖੁਸ਼ ਹੋਈ, ਪ੍ਰਸੰਨ ਹੋਈ। ਫਰਸ਼ ਕਰੇ ਬਹੁ ਭਾਂਤ ਕੇ
ਘਰ ਬਿਖੈ ਵਿਸਾਲਾ। ਇਹਨੇ ਆਪਣੇ ਘਰ ਵਿੱਚ ਜਿੱਥੇ ਸਤਿਗੁਰਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਸੀ, ਬੜੇ ਸੋਹਣੇ ਫਰਸ਼, ਬੜੇ ਸੁੰਦਰ ਗਲੀਚੇ, ਬੜਾ ਸੋਹਣੀ ਉੱਥੇ ਸਜਾਵਟ ਕੀਤੀ ਹੋਈ ਹੈ। ਇੱਕ ਚੌਂਕੀ ਸੁੰਦਰ ਡਸੀ ਆਸਨ ਸ਼ੁਭ ਡਾਲਾ। ਇੱਕ ਬੜੀ ਸੁੰਦਰ ਚੰਦਨ ਦੀ ਚੌਂਕੀ ਡਾਈ ਹੈ, ਉਹਦੇ ਤੇ ਬੜਾ ਸੋਹਣਾ ਆਸਣ ਲਾਇਆ ਹੈ, ਜਿੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆ ਕੇ ਬੈਠਣਾ ਹੈ। ਕਰੇ ਬਿਠਾਵਨ ਤਹਿ ਪ੍ਰਭੂ ਤਿਗ ਅਪਰ ਬਿਠਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਚੌਂਕੀ ਤੇ ਬਿਠਾ ਕੇ ਬਾਕੀ ਜਿਹੜੇ ਸੇਵਾਦਾਰ ਸਿੱਖ ਨੇ ਨਾਲ, ਉਹਨਾਂ ਦੇ ਨਾਲ ਵੱਖੋ ਆਸਣ ਲਾਏ ਹੋਏ, ਉਹਨਾਂ ਨੂੰ ਨਾਲ ਮਹਾਰਾਜ ਜੀ ਦੇ ਬੜੇ ਸਤਿਕਾਰ ਨਾਲ ਪੰਗਤ ਵਿੱਚ ਬਿਠਾਇਆ ਹੈ। ਹਿਤ ਆਹਾਰ ਚੌਂਕੀ ਦੁਤੀ ਡਾਸੀ ਅਗਵਾਏ। ਔਰ ਸਤਿਗੁਰੂ ਜੀ ਦੇ ਭੋਜਨ ਦੀ ਥਾਲ ਰੱਖਣ ਲਈ ਇੱਕ ਚੌਂਕੀ ਮਹਾਰਾਜ ਜੀ ਦੇ ਅੱਗੇ ਵੀ ਰੱਖੀ ਹੈ। ਇੱਕ ਚੌਂਕੀ ਤੇ ਪਾਤਸ਼ਾਹ ਬੈਠੇ ਨੇ, ਦੂਜੀ ਚੌਂਕੀ ਅੱਗੇ ਰੱਖੀ ਹੈ, ਜਿਹਦੇ ਤੇ ਸਤਿਗੁਰਾਂ ਦੇ ਵਾਸਤੇ ਭੋਜਨ ਦਾ ਥਾਲ ਪਰੋਸਣਾ ਹੈ। ਪਖ ਭੋਜ ਭੋਜਨਨ ਕੇ ਲੇਹਜ ਅਰ ਚੋਸਾ। ਚਾਰ ਪ੍ਰਕਾਰ ਦੇ ਭੋਜਨ ਹੁੰਦੇ ਆ, ਪਖ, ਭੋਜ, ਲੇਹਜ ਤੇ ਚੋਸਾ। ਇਹ ਚਾਰ ਪ੍ਰਕਾਰ ਦੇ ਭੋਜਨ ਹੁੰਦੇ। ਇਹਦਾ ਮਤਲਬ ਹੁੰਦਾ ਵੀ ਕੁਝ ਭੋਜਨ ਹੁੰਦੇ ਨੇ ਜਿਹੜੇ ਚੱਬ ਕੇ ਖਾਧੇ ਜਾਂਦੇ ਆ, ਜਿਵੇਂ ਆਪਾਂ ਚਣੇ ਚੱਬਦੇ ਹਾਂ, ਕੁਝ ਚੀਜ਼ਾਂ ਚੱਬ ਕੇ ਖਾਧੀਆਂ ਜਾਂਦੀਆਂ। ਕੁਝ ਜਿਵੇਂ ਆ ਪ੍ਰਸ਼ਾਦਾ ਵਗੈਰਾ ਹੈ, ਇਹ ਨਿਗਲਦੇ ਹਾਂ ਆਪਾਂ ਅੰਦਰ। ਫਿਰ ਇਸੇ ਤਰ੍ਹਾਂ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਅਸੀਂ ਚੂਪ ਕੇ ਖਾਂਦੇ, ਜਿਵੇਂ ਗੰਨਾ ਚੂਪਦੇ ਹਾਂ। ਇਸੇ ਤਰ੍ਹਾਂ ਕੁਝ ਭੋਜਨ ਹੁੰਦੇ ਆ ਜਿਹੜੇ ਪੇ ਹੁੰਦੇ ਆ, ਜਿਵੇਂ ਜੂਸ ਵਗੈਰਾ, ਸ਼ਰਬਤ। ਤੋ ਇਹ ਚਾਰ ਪ੍ਰਕਾਰ ਦੇ ਜਿਹੜੇ ਭੋਜਨ ਨੇ, ਭਖ, ਭੋਜ, ਲੇਹਜ ਤੇ ਚੋਸਾ, ਰਾਣੀ ਨੇ 4 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਰੱਖੇ ਹੋਏ ਨੇ। ਨਿਕਟ ਬੈਠ ਰਾਣੀ ਤਬੈ ਸ਼ੁਭ ਥਾਰ ਪਰੋਸਾ। ਆਪ ਰਾਣੀ ਨੇ ਆਪਣੇ ਹੱਥੀਂ ਸਤਿਗੁਰਾਂ ਦੇ ਕੋਲ ਬੈਠ ਕੇ ਥਾਲ ਪਰੋਸਿਆ ਹੈ। ਦਿਜ ਤੇ ਸੋ ਉਚਵਾਏ ਕੈ ਆਨਿਓ ਤਤਕਾਲਾ। ਫਿਰ ਇਹਦਾ ਜਿਹੜਾ ਰਸੋਈਆ ਸੀ, ਉਹਦੇ ਕੋਲੋਂ ਭੋਜਨ ਚਕਵਾ ਕੇ ਇਹਨੇ ਮੰਗਵਾਇਆ। ਅਗਰ ਤਰਿਓ ਸਤਿਗੁਰੂ ਕੇ ਧਰ ਪਾਓ ਵਿਸਾਲਾ। ਜਿੰਨੇ ਵੀ ਭੋਜਨ ਤਿਆਰ ਸਨ ਉਹ ਲਿਆ ਕੇ ਸਤਿਗੁਰਾਂ ਦੇ ਅੱਗੇ ਬੜੀ ਭਾਵਨਾ ਨਾਲ, ਬੜੇ ਪਿਆਰ ਨਾਲ ਰੱਖੇ। ਸੂਪਕਾਰ ਕਰ ਸ਼ੀਗਰਤਾ ਸਭ ਕੇਰ ਅਗਾਰੀ। ਰਾਣੀ ਆਪਣੇ ਹੱਥੀਂ ਮਹਾਰਾਜ ਜੀ ਦੇ ਥਾਲ ਨੂੰ ਪਰੋਸਦੀ, ਭੋਜਨ ਵਰਤਾਉਂਦੀ ਹੈ। ਬਾਕੀ ਜਿਤਨੇ ਸਿੱਖ ਬੈਠੇ ਨੇ ਉਹਨਾਂ ਨੂੰ ਨਾਲ ਦੇ ਜਿਹੜੇ ਹੋਰ ਅਹਿਲਕਾਰ ਨੇ, ਉਹ ਆਪਣੇ ਹੱਥੀਂ ਭੋਜਨ ਵਰਤਾ ਰਹੇ ਹਨ। ਥਾਰ ਪਰੋਸੇ ਅਗਰ ਧਰ ਬੋਦੇ ਆਹਾਰੀ। ਦੀਵਾਨ ਆਨੰਦ ਚੰਦ ਜੀ ਹੋਣਾ ਦੇ ਅੱਗੇ ਥਾਲ ਪਰੋਸੇ ਨੇ, ਉਹਦੇ ਵਿੱਚ ਫਿਰ ਬਹੁ ਪ੍ਰਕਾਰ ਦੇ ਬਣੇ ਹੋਏ ਜਿਹੜੇ ਭੋਜਨ ਨੇ ਉਹ ਵਰਤਾਏ ਹਨ, ਰਸੋਈਆਂ ਨੇ, ਲਾਂਗਰੀਆਂ ਨੇ। ਅਚਵਨ ਲਾਗੇ ਸਵਾਦ ਗਨ ਰਾਨੀ ਹੋਏ ਠਾਂਡੀ। ਸਤਿਗੁਰੂ ਜੀ ਸਮੇਤ ਸਾਰੇ ਸਿੱਖ ਛਕਣ ਲੱਗੇ ਨੇ। ਰਾਣੀ ਕੋਲ ਹੱਥ ਜੋੜ ਕੇ ਬੜੇ ਅਦਬ ਨਾਲ, ਭਾਵ ਨਾਲ ਸਿਰ ਨੀਵਾਂ ਕਰਕੇ, ਨੇਤਰ ਨੀਵੇਂ ਕਰਕੇ, ਚੁੱਪ ਹੋ ਕੇ, ਸ਼ਾਂਤ ਹੋ ਕੇ ਖਲੋ ਗਈ। ਕਰਤ ਬੀਜਨਾ ਆਪਈ ਬਹੁ ਸ਼ਰਦਾ ਬਾਡੀ। ਮਨ 'ਚ ਪ੍ਰੇਮ ਵਧਿਆ, ਰਾਣੀ ਦੇ ਸ਼ਰਧਾ ਆਈ। ਗਰਮੀਆਂ ਦਾ ਮੌਸਮ ਸੀ, ਰੁੱਤ ਗਰਮੀਆਂ ਦੀ ਸੀ ਤੇ ਦਾਸੀ ਪੱਖਾ ਝੱਲਦੀ ਸੀ। ਉਹਦੇ ਕੋਲੋਂ ਪੱਖਾ ਰਾਣੀ ਨੇ ਆਪ ਆਪਣੇ ਹੱਥ 'ਚ ਫੜ ਲਿਆ ਔਰ ਆਪ ਆਪਣੇ ਹੱਥਾਂ ਨਾਲ ਬੜੇ ਅਦਬ ਨਾਲ, ਸਤਿਕਾਰ ਨਾਲ ਸਤਿਗੁਰੂ ਜੀ ਨੂੰ ਔਰ ਲਾਗੇ ਜਿਹੜੇ ਸੇਵਕ ਨੇ ਤਿਨਾਂ ਨੂੰ ਵੀ ਆਪਣੇ ਹੱਥੀਂ ਪੱਖਾ ਝੱਲਣ ਦੀ ਸੇਵਾ ਕਰਨ ਲੱਗੀ ਹੈ। ਮధుਰ ਸਲਵਣ ਸੋ ਅਮਲ ਬਿਦ ਪੁਨ ਤਿਕਤ ਕਖਾਇਆ। ਮਿੱਠੇ ਸਲੂਣੇ, ਫਿਰ ਜਿਹੜੇ ਥੋੜ੍ਹੇ ਜਿਹੇ ਕਸੈਲੇ ਹੁੰਦੇ ਖਾਣ ਵਿੱਚ ਕੁੜੱਤਣ, ਜਿਵੇਂ ਕਰੇਲੇ ਵਗੈਰਾ ਹੁੰਦੇ ਥੋੜ੍ਹੇ ਜਿਹੇ ਕਸੈਲੇ, ਇੱਦਾਂ ਦੇ ਜਿਹੜੇ ਪਦਾਰਥ ਨੇ ਭੋਜਨ ਦੇ ਵਿੱਚ ਬਣੇ ਹੋਏ ਉਹ ਵਰਤਣ ਲੱਗੇ ਹਨ। ਫਿਰ ਬਹੁਤ ਜ਼ਿਆਦਾ ਜਿਹੜੇ ਤਿੱਖੇ
ਤਿਕਤ ਦਾ ਮਤਲਬ ਹੁੰਦਾ ਜਿਹੜੇ ਖਾਣ 'ਚ ਥੋੜ੍ਹੀ ਜਿਹੀ ਜਿਨ੍ਹਾਂ 'ਚ ਮਸਾਲਾ ਜਾਂ ਮਿਰਚਾਂ ਵਗੈਰਾ ਵੱਧ ਪਾਈਆਂ ਹੁੰਦੀਆਂ, ਉਹ ਤਿੱਖੇ ਭੋਜਨ ਵੀ ਤਿਆਰ ਕੀਤੇ ਹੋਏ ਨੇ। ਸਵਾਦ ਲਗੇ ਬਹੁ ਭਾਂਤ ਕੇ ਅਤ ਰੁਚ ਕਰ ਖਾਇਆ। ਖੱਟੇ ਵੀ ਨੇ, ਮਿੱਠੇ ਵੀ ਨੇ, ਸਲੂਣੇ ਵੀ ਨੇ। ਤੋ ਇਦਾਂ ਬੜਾ ਸਵਾਦੀ ਭੋਜਨ ਹੈ। ਸਾਰੇ ਜਿੰਨੇ ਸਿੱਖ ਨੇ ਬੜੇ ਪਿਆਰ ਨਾਲ ਭੋਜਨ ਛਕ ਰਹੇ ਨੇ। ਕਲਗੀਧਰ ਜੀ ਭੋਜਨ ਦਾ ਰਸ ਨਹੀਂ, ਰਾਣੀ ਦੇ ਅੰਦਰ ਜਿਹੜੀ ਗੁਰੂ ਪਾਤਸ਼ਾਹ ਪ੍ਰਤੀ ਪ੍ਰੀਤ ਹੈ, ਪ੍ਰੇਮ ਹੈ, ਉਸ ਰਸ ਵਿੱਚ ਮਸਤ ਹੋਏ ਭੋਜਨ ਛਕ ਰਹੇ ਨੇ। ਸਕਲ ਸਰਾਏ ਅਚਵ ਕਰ ਸ਼ੁਭ ਬਨਿਓ ਆਹਾਰਾ। ਜਿੰਨੇ ਨਾਲ ਸੇਵਕ ਨੇ ਉਹ ਸਾਰੇ ਸ਼ਲਾਘਾ ਕਰਦੇ, ਕਹਿੰਦੇ ਬਹੁਤ ਵਧੀਆ ਭੋਜਨ ਬਣਿਆ। ਜਿਸ ਨੇ ਸੇਵਾ ਕੀਤੀ ਹੋਵੇ ਨਾ, ਫਿਰ ਉਹਨੂੰ ਸ਼ਲਾਘਾ ਮਿਲ ਜੇ। ਜਿਹਨੇ ਹੱਥੀਂ ਸਵੇਰੇ ਉੱਠ ਕੇ ਭੋਜਨ ਤਿਆਰ ਕੀਤਾ, ਬੜੇ ਰੀਝ ਨਾਲ ਭੋਜਨ ਤਿਆਰ ਕਰਕੇ ਲਾਂਗਰੀਆਂ ਨੇ ਜਾਂ ਰਾਣੀ ਨੇ ਲਿਆਂਦਾ, ਜਿਹੜੇ ਵੀ ਸੇਵਾ 'ਚ ਲੱਗੇ ਹੋਣਗੇ, ਜੇ ਉਹਨਾਂ ਨੂੰ ਹੁਣ ਕੋਈ ਕਮੀਆਂ ਕੱਢਣ ਲੱਗ ਪੈਂਦਾ, ਜੀ ਇਹਦੇ 'ਚ ਲੂਣ ਘੱਟ ਹੈ, ਇਹਦੇ 'ਚ ਮਿਰਚ ਜ਼ਿਆਦਾ ਪਾਈ ਹੋਈ ਹੈ, ਆਹ ਰੋਟੀ ਕੱਚੀ ਜੀ ਰਹਿ ਗਈ ਹੈ ਇੱਧਰੋਂ, ਉਹ ਅਗਲਾ ਸੋਚੀ ਜਾਂਦਾ ਵੀ ਮੈਂ ਤਾਂ ਬੜੀ ਰੀਝ ਨਾਲ ਸਵੇਰੇ ਉੱਠ ਕੇ ਮਿਹਨਤ ਨਾਲ ਸੇਵਾ ਕੀਤੀ ਤੇ ਕਮੀਆਂ ਕੱਢੀ ਜਾਂਦੇ। ਸਿਆਣਪ ਇਹ ਹੈ ਕਿ ਜਿਤਨੀ ਭਾਵਨਾ ਨਾਲ ਕਿਸੇ ਨੇ ਭੋਜਨ ਤਿਆਰ ਕੀਤਾ ਹੁੰਦਾ, ਭੋਜਨ 'ਚੋਂ ਭਾਵਨਾ ਝਲਕ ਆਉਂਦੀ ਹੈ। ਫਿਰ ਜਦੋਂ ਦੋ ਸ਼ਬਦ ਉਹਦੇ ਵਾਸਤੇ ਸਿਫਤ ਦੇ ਕਹਿ ਦਿੱਤੇ ਜਾਣ ਵੀ ਬਹੁਤ ਵਧੀਆ, ਉਹਦੇ ਨਾਲ ਉਹਦਾ ਮਨ ਪ੍ਰਸੰਨ ਹੋ ਜਾਂਦਾ। ਤੋ ਜਿੰਨੇ ਸਿੱਖ ਬੈਠੇ ਆ ਮਹਾਰਾਜ ਜੀ ਦੇ, ਉਹ ਕਹਿੰਦੇ ਭੋਜਨ ਬਹੁਤ ਵਧੀਆ ਬਣਿਆ। ਜਿਹੜੇ ਲਾਂਗਰੀ ਸਨ, ਰਸੋਈਏ ਸਨ, ਉਹਨਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੋਈ ਕਿ ਸਾਡੀ ਸੇਵਾ ਜਿਹੜੀ ਹੈ ਉਹ ਥਾਂ ਪੈ ਗਈ ਹੈ। ਮਰਿਆਦਾ ਇਹ ਹੈ ਕਿ ਜੇ ਕਿਸੇ ਨੇ ਭਾਵਨਾ ਸਹਿਤ ਭੋਜਨ ਤਿਆਰ ਕਰਕੇ ਲਿਆਂਦਾ, ਉਸ ਭੋਜਨ ਦੇ ਵਿੱਚ ਕਈ ਪ੍ਰੇਮ ਵਾਲੇ, ਭਾਵਨਾ ਵਾਲੇ, ਉਹਦੇ ਵਿੱਚ ਕਹਿੰਦੇ ਅਸੀਂ ਪਹਿਲਾਂ ਨਹੀਂ ਛਕਣਾ, ਲੂਣ ਮਿਰਚ ਨਹੀਂ ਵੇਖਣਾ। ਜਦੋਂ ਸਿੱਖ ਆ ਕੇ ਸਿੰਘ ਭੋਜਨ ਛਕਦੇ ਆ, ਉਹ ਕੋਈ ਕਹੇ ਜੀ ਲੂਣ ਲਿਆਓ ਜੀ, ਕੋਈ ਕਹੇ ਜੀ ਇਹਦੇ 'ਚ ਮਿਰਚ ਲਿਆਓ ਜੀ ਪਾਉਣ ਨੂੰ, ਉਹਨੂੰ ਹੱਕ ਹੀ ਨਹੀਂ ਹੈ ਮੰਗਣ ਦਾ। ਜੈਸਾ ਆ ਗਿਆ ਤੈਸਾ ਪਿਆਰ ਸਹਿਤ ਗੁਰੂ ਦਾ ਸ਼ੁਕਰ ਕਰਦਿਆਂ ਛਕ ਲਿਆ। ਇਹਨੂੰ ਕਹਿੰਦੇ ਆ ਸਤੀ ਦੇ ਸੰਤੋਖੀ ਖਾਏ। ਦੇਣ ਵਾਲੇ ਨੇ ਜੋ ਕੁਝ ਹੈ ਸੀ ਪ੍ਰੇਮ ਸਹਿਤ ਅਰਪਣ ਕਰ ਦਿੱਤਾ, ਤੇ ਖਾਣ ਵਾਲਾ ਸੰਤੋਖੀ, ਉਹਨੇ ਸਬਰ ਨਾਲ। ਇਹ ਨਹੀਂ ਵੀ ਉਹ ਜ਼ੁਬਾਨ ਦਾ ਰਸੀਆ ਬਣ ਕੇ ਕਮੀਆਂ ਹੀ ਕੱਢੀ ਜਾਏ ਵੀ ਆਹ ਚੀਜ਼ ਨਹੀਂ ਠੀਕ, ਆਹ ਵੀ ਨਹੀਂ ਠੀਕ। ਜੈਸਾ ਆ ਗਿਆ ਸਤ ਬਚਨ ਕਹਿ ਕੇ ਅੰਗੀਕਾਰ ਕਰ ਲਵੇ। ਇਹਨੂੰ ਕਹਿੰਦੇ ਆ ਸਤੀ ਦੇ ਸੰਤੋਖੀ ਖਾਏ। ਇਹ ਘਟਨਾ ਇੱਕ ਵਾਰੀ ਘਟੀ ਸੀ, ਜਦੋਂ ਇਹ ਬਚਨ ਕਲਗੀਧਰ ਸਵਾਮੀ ਜੀ ਨੇ ਕਹੇ ਸਨ। ਕੋਟਕਪੂਰੇ ਦੇ ਨੇੜੇ ਮਹਾਰਾਜ ਜੀ ਉਤਰੇ ਹੋਏ 10ਵੇਂ ਪਾਤਸ਼ਾਹ, ਤੇ ਸ਼ਾਮ ਦਾ ਵੇਲਾ ਸੀ, ਤੇ ਪਿੰਡ ਦੇ ਵਿੱਚ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਸਨ, ਸਿੰਘ ਸੀ ਨਾਲ, ਤੇ ਫੌਜਾਂ। ਹੁਣ ਇਕੱਠਿਆਂ ਦਾ ਲੰਗਰ ਤਿਆਰ ਕਰਨ ਦਾ ਵੇਲਾ ਨਹੀਂ ਸੀ। ਪਿੰਡ ਵਾਲੇ ਬੇਨਤੀ ਕਰਨ ਲੱਗੇ, ਮਹਾਰਾਜ ਅਸੀਂ ਆਪਣੇ ਘਰਾਂ 'ਚ ਸਿੰਘਾਂ ਨੂੰ ਵੰਡ ਕੇ ਲੈ ਜਾਂਦੇ ਹਾਂ, ਇੱਕ ਇੱਕ ਦੋ ਦੋ, ਜਿਨ੍ਹਾਂ 'ਚ ਕਿਸੇ ਦਾ ਬਿੱਤ ਹੈ ਤੇ ਉਹ ਘਰ ਲਿਜਾ ਕੇ ਅਸੀਂ ਭੋਜਨ ਛਕਾਵਾਂਗੇ। ਰਾਤ ਦਾ ਵੇਲਾ ਸੀ। ਤੋ ਕਿਸੇ ਨੇ ਆਖਿਆ ਜੀ ਮੈਂ 2 ਸਿੰਘਾਂ ਨੂੰ ਲੈ ਕੇ ਜਾਵਾਂਗਾ, ਕਿਸੇ ਨੇ ਆਖਿਆ ਮੈਂ 1 ਨੂੰ, ਕਿਸੇ ਆਖਿਆ ਜੀ ਮੈਂ ਤਾਂ 5 ਸਿੰਘ ਲੈ ਕੇ ਜਾਵਾਂਗਾ। ਇੱਕ ਵਿਚਾਰਾ ਗਰੀਬ ਸਿੱਖ ਬੈਠਾ ਸੀ, ਉਹ ਸਿਰ ਨੀਵਾਂ ਕਰਕੇ ਬੈਠਾ, ਉਹ ਨਹੀਂ ਬੋਲਿਆ। ਪਰ ਨਾਲ ਦੇ ਸ਼ਰੀਕ ਉਹ ਕਹਿੰਦੇ ਤੂੰ ਨਹੀਂ ਬੋਲਦਾ ਓਏ, ਜਾਣ ਕੁੱਝ ਕੇ ਨਾ ਉਹਨੂੰ ਹੇਠ ਹੀ ਵਿਖਾਉਣ ਲਈ ਵੀ ਕਿਸ ਤਰੀਕੇ ਨਾਲ ਇਹਨੂੰ ਹੇਠ ਹੀ ਵਿਖਾਈ ਜਾਏ, ਇਹਦੀ ਬੇਇੱਜ਼ਤੀ ਹੋਵੇਗੀ, ਵੀ ਤੂੰ ਵੀ ਲੈ ਕੇ ਜਾ ਕਿਸੇ ਇੱਕ ਸਿੰਘ ਨੂੰ। ਉਹ ਕਹਿਣ ਲੱਗਾ ਜੀ ਸਤ ਬਚਨ 1 ਨੂੰ ਮੈਂ ਲੈ ਜਾਣਾ। ਜਿਹੜੇ ਸਿੱਖ ਨੂੰ ਉਹ ਲੈ ਕੇ ਗਿਆ, ਉਸ ਸਿੰਘ ਦਾ ਨਾਮ ਸੀ ਭਾਈ ਮਲਾਗਰ ਸਿੰਘ। ਇਹ ਬੜਾ ਯੋਧਾ ਸਿੰਘ ਸੀ ਕਲਗੀਧਰ ਦਾ, ਮਲਾਗਰ ਸਿੰਘ। ਜਦੋਂ ਲੈ ਕੇ ਗਏ, ਰਾਤ ਬੀਤ ਗਈ। ਹੁਣ ਉਹ ਜਿਹੜਾ ਗਰੀਬ ਸਿੱਖ ਸੀ ਭਾਈ ਮਲਾਗਰ ਸਿੰਘ ਨੂੰ ਘਰ ਲਿਆਇਆ। ਪਹਿਲਾਂ ਤਾਂ ਉਹਦੇ ਮੋਢੇ 'ਤੇ ਜਿਹੜਾ ਪੁਰਾਣਾ ਖੇਸ ਸੀ ਉਹਨੇ ਉਹੀ ਵਿਛਾਇਆ ਥੱਲੇ,
ਭਾਈ ਸਾਹਿਬ ਦੇ ਬੈਠਣ ਲਈ। ਹੋਰ ਘਰ ਵਿੱਚ ਕੋਈ ਚੀਜ਼ ਨਹੀਂ ਸੀ ਚੰਗੀ ਵਧੀਆ, ਉਹੀ ਮੋਢੇ ਤੇ, ਉਹ ਵੀ ਪੁਰਾਣਾ ਤੇ ਫਟਿਆ ਹੋਇਆ ਸੀ, ਉਹ ਵਿਛਾ ਦਿੱਤਾ। ਖਾਲਸਾ ਜੀ, ਭਗਤ ਜਨਾਂ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਾਉ ਰੇਸ਼ਮੀ, ਪੈਰਤ ਪਤ ਖੋਈ। ਕਿਸੇ ਨਾਮ ਜਪਣ ਵਾਲੇ ਗੁਰਮੁਖ ਦੇ ਘਰ ਦਾ ਪੁਰਾਣਾ ਜਿਹਾ ਕੰਬਲ ਹੋਵੇ ਨਾ, ਜਾਂ ਪੁਰਾਣੀ ਜੀ ਖੇਸੀ ਵੀ ਮਿਲ ਜੇ, ਤੇ ਉਹਨੂੰ ਪਹਿਨ ਕੇ ਸਰੀਰ ਦੋਨਾਂ ਜਹਾਨਾਂ ਵਿੱਚ ਕੱਜਿਆ ਜਾਂਦਾ ਹੈ, ਉਹਨੂੰ ਬੇਆਬਰੂ ਨਹੀਂ ਹੋਣਾ ਪੈਂਦਾ। ਤੇ ਦੂਜੇ ਪਾਸੇ ਸਾਖਤ ਬੰਦੇ ਦੇ ਘਰ 'ਚ ਭਾਵੇਂ ਰੇਸ਼ਮ ਦਾ ਸਰੋਪਾ ਮਿਲ ਜਾਏ, ਉਹਨੂੰ ਪਹਿਨ ਕੇ ਬੇਆਬਰੂ ਹੋਣਾ ਪੈਂਦਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਨਾਲੇ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ ਛਤਹੀ ਪ੍ਰਕਾਰ ਤੇ ਬਿਖੂ ਸਮਾਨ। ਗਰੀਬ ਸਿੱਖ ਸੀ, ਘਰ 'ਚ ਸੁੱਕੇ ਪੀਲੂ ਇੱਧਰ ਮਾਲਵੇ ਦੇ ਇਲਾਕੇ 'ਚ ਹੁੰਦੇ, ਉਹ ਪਏ ਹੋਏ, ਉਹ ਸਿੱਖ ਨੇ ਉਬਾਲੇ, ਉਹਨਾਂ ਦਾ ਕੋਈ ਬਹੁਤਾ ਵਧੀਆ ਸਵਾਦ ਨਹੀਂ ਹੁੰਦਾ, ਉਬਾਲ ਕੇ ਉਹ ਛਕਾ ਦਿੱਤੇ। ਉਹੀ ਸੀ ਘਰ ਵਿੱਚ, ਹੋਰ ਕੁਝ ਨਹੀਂ ਸੀ। ਮਲਾਗਰ ਸਿੰਘ ਨੇ 7 ਬਚਨ ਕਹਿ ਕੇ ਚੂੜਾ ਪੜ੍ਹਿਆ, ਪਹਿਲਾਂ ਪੜ੍ਹਿਆ ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸੇ ਖਾਹੇ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗ ਮਹੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਉਹਨੇ ਛਕ ਲਏ ਪੀਲੂ। ਰਾਤ ਬੀਤੀ, ਅਗਲਾ ਦਿਨ ਚੜ੍ਹਿਆ, ਮਹਾਰਾਜ ਜੀ ਨੇ ਸਾਰਿਆਂ ਨੂੰ ਸੱਦ ਲਿਆ, ਤੇ ਜਿਹੜੇ ਉਹ ਪਿੰਡ ਵਾਲੇ ਉਹ ਵੀ ਆ ਗਏ ਸਾਰੇ। ਕੱਲੇ ਕੱਲੇ ਸਿੰਘ ਨੂੰ ਮਹਾਰਾਜ ਜੀ ਪੁੱਛਣ ਲੱਗੇ, ਹਾਂ ਵੀ ਸਿੰਘਾ ਤੂੰ ਰਾਤ ਕੀ ਛਕ ਕੇ ਆਇਆ? ਹਾਲਾਂਕਿ ਅੱਜ ਤੋਂ ਪਹਿਲਾਂ ਨਹੀਂ ਕਦੇ ਸਤਿਗੁਰਾਂ ਨੇ ਕਿਸੇ ਨੂੰ ਪੁੱਛਿਆ ਵੀ ਤੂੰ ਕੀ ਛਕਿਆ ਜਾਂ ਕੀ ਨਹੀਂ ਛਕਿਆ, ਪਰ ਅੱਜ ਪੁੱਛ ਰਹੇ ਨੇ। ਖੇਡ ਹੈ ਨਾ ਮੇਰੇ ਸਤਿਗੁਰਾਂ ਦੀ। ਹਾਂ ਭਾਈ, ਕੀ ਛਕ ਕੇ ਆਏ ਹੋ? ਕਿਸੇ ਆਖਿਆ ਮਹਾਰਾਜ ਅਸੀਂ ਤਾਂ ਖੀਰ ਖਾਧੀ ਸੀ, ਕਿਸੇ ਆਖਿਆ ਜੀ ਬੜੀ ਵਧੀਆ ਭਾਜੀ ਬਣੀ ਸੀ, ਤਰਕਾਰੀ ਬਣੀ ਸੀ, ਉਹ ਛਕ ਕੇ ਆਏ। ਕਿਸੇ ਆਖਿਆ ਜੀ ਪੂੜੀਆਂ ਬਣਾਈਆਂ ਸੀ। ਪੁੱਛਣਾ ਜਿਹਨੂੰ ਸੀ ਮਹਾਰਾਜ ਉਹਨੂੰ ਪੁੱਛਣ ਲੱਗੇ, ਹੁਣ ਮਲਾਗਰ ਸਿਆ ਤੂੰ ਕੀ ਛਕ ਕੇ ਆਇਆ ਬਈ? ਤੇ ਭਾਈ ਮਲਾਗਰ ਸਿੰਘ ਦੇ ਹੱਥ ਜੁੜੇ ਹੋਏ, ਆਖਿਆ ਬਾਜਾਂ ਵਾਲੇ ਪ੍ਰੀਤਮਾ ਕੀ ਦੱਸਾਂ, ਮੈਂ ਦੁਨੀਆ 'ਚ ਬੜਾ ਕੁਝ ਖਾਧਾ ਹੈ, ਪਰ ਜੋ ਸ਼ੈ ਰਾਤ ਮੈਂ ਇਸ ਸਿੱਖ ਦੇ ਘਰ ਛਕ ਕੇ ਆਇਆ ਮੈਂ ਅੱਜ ਤਾਈਂ ਨਹੀਂ ਛਕੀ। ਮਹਾਰਾਜ ਇੰਨਾ ਸਵਾਦ ਸੀ ਉਹਦੇ ਵਿੱਚ, ਮਾਨੋ ਜਿਵੇਂ ਅੰਮ੍ਰਿਤ ਹੋਵੇ। ਮੈਂ ਸੁਣਿਆ ਸੀ ਦੇਵਤਿਆਂ ਨੇ ਅੰਮ੍ਰਿਤ ਪੈਦਾ ਕੀਤਾ ਸੀ ਸਮੁੰਦਰ ਦਾ ਮੰਥਨ ਕਰਕੇ, ਪਰ ਮੈਨੂੰ ਜਾਪਦਾ ਉਹ ਅੰਮ੍ਰਿਤ ਤਾਂ ਇਸ ਸਿੱਖ ਦੇ ਘਰ ਰੋਜ਼ ਹੀ ਪੈਦਾ ਹੁੰਦਾ। ਮਹਾਰਾਜ ਜੀ ਨੇ ਜਦੋਂ ਸੁਣੀ ਨਾ ਵਡਿਆਈ ਸਿੱਖ ਦੀ, ਤੇ ਲਾਗੇ ਜਿਹੜੇ ਉਹ ਸ਼ਰੀਕ ਬੈਠੇ ਸੀ ਉਸ ਗਰੀਬ ਸਿੱਖ ਦੇ, ਕਹਿੰਦੇ ਇਹਨੇ ਕੀ ਖਵਾਣਾ, ਇਹਦੇ ਘਰ ਤਾਂ ਭੰਗ ਭੁੱਜਦੀ ਹੈ ਮਹਾਰਾਜ। ਮਲਾਗਰ ਸਿੰਘ ਝੂਠ ਬੋਲਦਾ। ਸਤਿਗੁਰੂ ਪੁੱਛਦੇ ਉਹ ਗਰੀਬ ਸਿੱਖ ਨੂੰ, ਸਿੱਖਾ ਤੂੰ ਦੱਸ ਕੀ ਛਕਾਇਆ? ਕਹਿੰਦਾ ਮਹਾਰਾਜ ਮੇਰੇ ਘਰ ਵਿੱਚ ਜਿਹੜਾ ਹਾਜ਼ਰ ਸੀ ਨਾ ਪੀਲਾਂ, ਸੁੱਕੀਆਂ ਪੀਲੂ, ਉਹ ਮੈਂ ਉਬਾਲ ਕੇ ਛਕਾਏ, ਹੋਰ ਮੇਰੇ ਕੋਲ ਕੁਝ ਨਹੀਂ ਸੀ। ਕਲਗੀਧਰ ਨੇ ਬਚਨ ਕੀਤਾ, ਕਹਿੰਦੇ ਮਲਾਗਰ ਸਿੰਘ ਤੂੰ ਮੇਰੇ ਸਿੱਖ ਦਾ ਪਰਦਾ ਕੱਜਿਆ, ਮੈਂ ਤੇਰੇ ਲੋਕ ਪਰਲੋਕ ਦੋਵਾਂ ਜਹਾਨਾਂ ਦੇ ਪਰਦੇ ਕੱਜ ਲਏ ਨੇ। ਉੱਥੇ ਮੇਰੇ ਸਾਹਿਬ ਨੇ ਬਚਨ ਕੀਤਾ। ਪਹਿਲੀ ਵਾਰੀ ਇਹ ਬਚਨ ਉਦੋਂ ਕੀਤਾ ਜਦੋਂ ਭਾਈ ਨੰਦ ਲਾਲ ਦਾ ਲੰਗਰ ਪਰਖਿਆ ਸੀ। ਸ਼ਹੀਦੀ ਬਾਗ ਗੁਰਦੁਆਰਾ ਹੈ ਨਾ ਆਨੰਦਪੁਰ ਸਾਹਿਬ, ਇਹ ਲੰਗਰ ਭਾਈ ਨੰਦ ਲਾਲ ਦਾ ਲੰਗਰ ਸੀ। ਦੂਜੀ ਵਾਰ ਇੱਥੇ ਬਚਨ ਕੀਤਾ, ਸਤੀ ਦੇ ਸੰਤੋਖੀ ਖਾਏ। ਦੇਣ ਵਾਲਾ ਸਤੀ, ਖਾਣ ਵਾਲਾ ਸੰਤੋਖੀ। ਕਰਤੱਵ ਨਹੀਂ ਹੈ, ਜੋ ਕਿਸੇ ਨੇ ਹਾਜ਼ਰ ਕਰ ਦਿੱਤਾ ਛਕ ਲੈਣਾ, ਪਰ ਵਡਿਆਈ ਕੀਤੀ। ਹਾਂ, ਉਹ ਸਿੱਖ ਵੀ ਕਹਿ ਰਹੇ ਨੇ ਰਾਣੀ ਨੂੰ, ਬੜੇ ਵਧੀਆ ਪਕਵਾਨ ਨੇ, ਬੜਾ ਵਧੀਆ ਸਵਾਦਿਸ਼ਟ ਭੋਜਨ ਹੈ,
ਹਾਲਾਂਕਿ ਉਹ 36 ਪ੍ਰਕਾਰ ਦੇ ਭੋਜਨ ਨੇ, ਪਰ ਰਾਣੀ ਭਾਵਨਾ ਵਾਲੀ ਸੀ, ਉਹ ਰਾਜ ਭਾਗ ਸੀ, ਉਹਦੇ ਕੁੜੋ ਦੇ ਮੁਤਾਬਕ ਭੋਜਨ ਤਿਆਰ ਸੀ। ਤੋ ਉਸ ਵੇਲੇ ਸਿੱਖ ਉਹਨੂੰ ਸਲਾਹੁੰਦੇ ਹਨ, ਤ੍ਰਿਪਤਾਏ ਜਲ ਸੀਤ ਪੀਏ ਕਰ ਬਦਨ ਪਖਾਰਾ। ਭੋਜਨ ਛਕਣ ਤੋਂ ਬਾਅਦ ਫਿਰ ਠੰਡਾ ਪਾਣੀ, ਸ਼ੀਤਲ ਜਲ, ਗਰਮੀਆਂ ਦਾ ਮੌਸਮ ਸੀ, ਉਹ ਪੀਤਾ। ਫਿਰ ਚੂੜਾ ਕੀਤਾ, ਹੱਥ ਧੋਏ। ਥਾਤੀ ਲੈ ਕਰ ਦਰਬ ਕੀ ਗੁਰ ਧਰ ਅਗਵਾਏ। ਰਾਣੀ ਨੇ ਇੱਕ ਥੈਲੀ ਕੁਝ ਪੈਸਿਆਂ ਦੀ, ਰੁਪਈਆਂ ਦੀ ਭਰੀ ਹੋਈ, ਉਹ ਲਿਆਂਦੀ ਤੇ ਕਲਗੀਧਰ ਦੇ ਚਰਨਾਂ 'ਚ ਰੱਖੀ। ਥੈਲੀ ਰੱਖ ਕੇ ਚਰਨਾਂ ਵਿੱਚ ਇਹਨੇ ਮੱਥਾ ਟੇਕਿਆ। ਪੁਨ ਨੰਦਨ ਕੋ ਹਾਥ ਗਹਿ ਚਰਨਨ ਪਰ ਪਾਏ। ਫਿਰ ਆਪਣੇ ਪੁੱਤਰ ਦਾ ਹੱਥ ਫੜ ਕੇ ਉਹਨੂੰ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟਿਕਾਇਆ, ਨਮਸਕਾਰ ਕਰਵਾਈ। ਹੋਏ ਪ੍ਰਸੰਨ ਸ਼੍ਰੀ ਪ੍ਰਭ ਕਹਿਓ ਸਿਰ ਕੇਸ ਰਖੀਜੈ। ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ, ਆਖਿਆ ਰਾਣੀ ਇਸ ਬੱਚੇ ਦੇ ਸਿਰ ਦੇ ਕੇਸ ਨਹੀਂ ਕੱਟਣੇ, ਕੇਸ ਉਹਦੇ ਕੱਟੇ ਹੋਣਗੇ, ਕਿਉਂਕਿ ਉਧਰ ਦੇ ਉਹ ਹਰਿਆਣਵੀ ਲੋਕ ਸਨ, ਉਸ ਪਾਸੇ ਦੇ ਰਹਿਣ ਵਾਲੇ। ਤੋ ਮਹਾਰਾਜ ਜੀ ਨੇ ਆਖਿਆ ਇਹ ਬੱਚੇ ਦੇ ਸਿਰ ਦੇ ਕੇਸ ਨਹੀਂ ਕੱਟਣੇ, ਇਹਦੇ ਸਿਰ ਦੇ ਕੇਸ ਰੱਖਣੇ ਹਨ। ਆਯੁਧ ਵਿਦਿਆ ਕੇ ਵਿਖੇ ਸੁਤ ਨਿਪੁੰਨ ਕਰੀਜੈ। ਔਰ ਇਹਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ ਜ਼ਰੂਰ, ਸ਼ਸਤਰ ਵਿਦਿਆ ਵਿੱਚ ਇਹਨੂੰ ਪੂਰਾ ਨਿਪੁੰਨ ਰੱਖਣਾ, ਨਿਪੁੰਨ ਕਰਨਾ। ਹਾਥ ਜੋਰ ਬੋਲੀ ਤਬੈ ਤੁਰਕਨ ਵੱਡ ਰਾਜਾ। ਹੱਥ ਜੋੜ ਕੇ ਰਾਣੀ ਬੋਲੀ, ਕਹਿਣ ਲੱਗੀ ਮਹਾਰਾਜ ਇਹਨਾਂ ਤੁਰਕਾਂ ਦਾ, ਮਲੇਛਾਂ ਦਾ ਵੱਡਾ ਰਾਜ ਹੈ। ਖੁਨ ਸੈ ਦੁਸ਼ਟ ਬਿਲੋਕ ਕੈ ਕਰ ਦੇਹ ਕੁਕਾਜਾ। ਮਹਾਰਾਜ ਇਹ ਵੇਖ ਕੇ ਖੁਨ ਸਿਖਾਉਂਦੇ ਐ, ਜਦੋਂ ਇਹ ਕੇਸ ਰੱਖ ਲਏਗਾ ਵੱਖਰਾ ਨਜ਼ਰ ਆਏਗਾ, ਤੇ ਇਹਦੇ ਤੋਂ ਜਿਹੜੇ ਤੁਰਕ ਨੇ, ਮਲੇਛ ਨੇ, ਖੁਨ ਸਿਖਾਣਗੇ, ਉਹ ਫਿਰ ਹੋ ਸਕਦਾ ਕੋਈ ਮਾੜਾ ਕੋਝਾ ਕੰਮ ਕਰ ਦੇਣਾ। ਪੁਨ ਫਰਮਾਇਓ ਸ਼੍ਰੀ ਗੁਰੂ ਨੇ ਮਾਨੋ ਤਰਾਸਾ। ਮਹਾਰਾਜ ਜੀ ਨੇ ਬਚਨ ਕੀਤਾ, ਆਖਿਆ ਰਾਣੀ ਇਹਨਾਂ ਮਲੇਛਾਂ ਦਾ ਭੈ ਨਾ ਰੱਖੀ, ਇਹਨਾਂ ਦਾ ਤਰਾਸ, ਇਹਨਾਂ ਦਾ ਡਰ ਨਹੀਂ ਮੰਨਣਾ। ਕੇਤਕ ਦਿਨ ਇਨ ਰਾਜ ਹੈ ਫਿਰ ਹੋਏ ਬਿਨਾਸ਼ਾ। ਬਸ ਕੁਝ ਦਿਨਾਂ ਦਾ ਰਾਜ ਹੈ ਇਹਨਾਂ ਦਾ, ਮੁੜ ਕੇ ਇਹਨਾਂ ਦੇ ਰਾਜ ਦਾ ਵਿਨਾਸ਼ ਹੋ ਜਾਣਾ, ਬਹੁਤਾ ਲੰਮੇ ਸਮੇਂ ਤੱਕ ਇਹਨਾਂ ਦਾ ਰਾਜ ਨਹੀਂ ਜੇ ਚੱਲਣਾ। ਇਹਨਾਂ ਦਾ ਰਾਜ ਤਕਰੀਬਨ ਕੁੱਲ ਮਿਲਾ ਕੇ ਬਿਨਸ ਜਾਣਾ ਆਉਣ ਵਾਲੇ ਦਿਨਾਂ ਵਿੱਚ। ਕਲਗੀਧਰ ਜੀ ਜਦੋਂ ਇਹ ਬਚਨ ਕਰ ਰਹੇ ਸੀ ਨਾ, ਉਸ ਵੇਲੇ ਮੁਗਲਾਂ ਦਾ ਰਾਜ ਸਿਰੇ ਚੜ੍ਹ ਕੇ ਬੋਲਦਾ ਸੀ। ਸਭ ਤੋਂ ਚਮਕਦਾਰ ਬਾਦਸ਼ਾਹ ਸੀ, ਪ੍ਰਤਾਪੀ ਬਾਦਸ਼ਾਹ ਸੀ ਮੁਗਲਾਂ ਦਾ ਔਰੰਗਜ਼ੇਬ। ਕਦੇ ਇਸ ਗੱਲ ਦੀ ਆਸ ਕੀਤੀ ਨਹੀਂ ਜਾ ਸਕਦੀ ਵੀ ਇਹਨਾਂ ਦਾ ਵੀ ਰਾਜ ਕਦੇ ਖਤਮ ਹੋਵੇਗਾ, ਪਰ ਕਲਗੀਧਰ ਸੁਆਮੀ ਇਹ ਬਚਨ ਕਰ ਰਹੇ ਨੇ, ਔਰ ਸਮਾਂ ਪਾ ਕੇ ਉਹ ਰਾਜ ਸਿਮਟਿਆ। ਅਬਦਾਲੀ ਦੇ, ਨਾਦਰ ਦੇ ਹਮਲੇ ਹੁੰਦੇ ਰਹੇ। ਅਬਦਾਲੀ ਨੇ 11 ਹਮਲੇ ਕੀਤੇ ਹਿੰਦੁਸਤਾਨ ਤੇ। ਜਦੋਂ 9ਵਾਂ ਹਮਲਾ ਕਰਕੇ ਆਇਆ ਨਾ, ਉਦੋਂ ਭੰਗੀਆਂ ਦੀ ਮਿਸਲ ਦਾ ਰਾਜ ਸੀ ਲਾਹੌਰ ਸ਼ਹਿਰ ਤੇ। ਉਹਨਾਂ ਨੇ 3 ਪੜਾਅ ਬਣਾ ਲਏ ਸਨ। ਭਾਈ ਲਹਿਣਾ ਸਿੰਘ ਭੰਗੀ ਬੜਾ ਸਿਰ ਕੱਢ ਜਰਨੈਲ ਸੀ ਲਾਹੌਰ ਸ਼ਹਿਰ ਦਾ। ਉਹਦੀ ਇੱਕ ਵਿਥਿਆ ਮੈਨੂੰ ਚੇਤੇ ਆਉਂਦੀ ਵੀ ਜਦੋਂ ਅਬਦਾਲੀ ਆਇਆ ਨਾ, ਉਹਨਾਂ ਨੇ ਇੱਕ ਵਾਰੀ ਲਾਹੌਰ ਖਾਲੀ ਕਰ ਦਿੱਤਾ। ਅਬਦਾਲੀ ਨੇ ਆਪਣਾ ਰਾਜ ਕਾਇਮ ਕੀਤਾ ਲਾਹੌਰ। ਉੱਥੋਂ ਲਾਹੌਰ ਸ਼ਹਿਰ ਦੇ ਲੋਕ ਆ ਗਏ ਇਹਦੇ ਕੋਲ ਇਕੱਠੇ ਹੋ ਕੇ, ਕਹਿੰਦੇ ਅਬਦਾਲੀ ਤੂੰ ਚਲਿਆ ਜਾਣਾ, ਪਿੱਛੋਂ ਸਿੰਘਾਂ ਨੇ ਫੇਰ ਆ ਕੇ ਰਾਜ ਕਰ ਲੈਣਾ, ਵੀ ਫਿਰ ਮਾਰ ਕੁਟਾਈ ਹੋਵੇਗੀ, ਵੱਡਾ ਕੱਟ ਹੋਵੇਗੀ। ਤੇ ਲਹਿਣਾ ਸਿੰਘ ਭੰਗੀ ਬੜਾ ਮਹਾਨ ਜਰਨੈਲ ਆ, ਉਹਨੇ ਲਾਹੌਰ ਦੇ ਵਿੱਚ ਜਿਹੜਾ ਰਾਜ ਕੀਤਾ, ਬੜਾ ਵਧੀਆ ਰਾਜ ਕੀਤਾ, ਹਲੇਮੀ ਰਾਜ ਕੀਤਾ। ਵੀ ਤੂੰ ਸਰਦਾਰ ਲਹਿਣਾ ਸਿੰਘ ਜੀ ਨੂੰ ਬੁਲਾ ਕੇ ਉਹਨਾਂ ਨੂੰ ਲਾਹੌਰ ਦਾ ਰਾਜ ਦੇ ਦੇ, ਉਹਨਾਂ ਨੂੰ ਤਖਤ ਤੇ ਬਿਠਾ ਦੇ। ਵੇਖੋ ਇਹ ਬਚਨ ਵੀ ਹੋ ਰਹੇ ਨੇ, ਔਰ ਅਬਦਾਲੀ ਇਸ ਗੱਲ ਨੂੰ ਮੰਨ ਗਿਆ ਵੀ ਠੀਕ ਹੈ।
ਔਰ ਜਦੋਂ ਕਲਗੀਧਰ ਜੀ ਇਹ ਬਚਨ ਕਹਿ ਰਹੇ ਸਨ, ਉਦੋਂ ਇਹਨਾਂ ਮੁਗਲਾਂ ਦਾ ਕਿੰਨਾ ਜ਼ੋਰ ਸੀ। ਤਕਰੀਬਨ ਇਹ 1762 ਤੋਂ ਬਾਅਦ ਦਾ ਸਮਾਂ ਹੈ ਵੱਡੇ ਘੱਲੂਘਾਰੇ ਤੋਂ। ਯਾਨੀ ਕਿ ਕਲਗੀਧਰ ਪਾਤਸ਼ਾਹ ਜਦੋਂ ਇਹ ਬਚਨ ਕਰ ਰਹੇ ਨੇ, ਕੋਈ ਉਹਦੇ ਵਿੱਚ ਬਹੁਤਾ ਲੰਮਾ ਅਰਸਾ ਨਹੀਂ ਹੈ, 7-8 ਦਹਾਕਿਆਂ ਦਾ ਸਮਾਂ ਬਣਦਾ। ਅਬਦਾਲੀ ਨੇ ਆਖਿਆ ਠੀਕ ਹੈ, ਲਹਿਣਾ ਸਿੰਘ ਨੂੰ ਬਣਾ ਦਿੰਦੇ ਆ, ਲਾਹੌਰ ਦੇ ਤਖਤ ਦਾ ਬਾਦਸ਼ਾਹ ਉਹਨੂੰ ਬਣਾ ਦਿੰਦੇ ਆ। ਉਹਨੇ ਸੁਨੇਹਾ ਭੇਜਿਆ, 2 ਊਂਠ ਉਧਰੋਂ ਕਾਬਲ ਤੋਂ ਮੇਵੇ ਲਿਆਂਦੇ ਸੀ ਬੜੇ ਬੜੇ ਵਧੀਆ, ਇਹਨੇ ਉਹ ਲੱਦ ਕੇ ਭੇਜੇ ਭਾਈ ਲਹਿਣਾ ਸਿੰਘ ਕੋਲ ਤੋਹਫੇ ਵਜੋਂ, ਭੇਟਾ ਵਜੋਂ, ਵੀ ਤੁਸੀਂ ਸਰਦਾਰ ਜੀ ਆਓ, ਆ ਕੇ ਲਾਹੌਰ ਦਾ ਰਾਜ ਕਰੋ। ਜਦੋਂ ਊਂਠ ਆਏ ਤੇ ਸਰਦਾਰ ਲਹਿਣਾ ਸਿੰਘ ਨੇ 2 ਛੋਲਿਆਂ ਦੀਆਂ ਮੁੱਠਾਂ ਜਿਹੜੀਆਂ ਉਹ ਭਰੀਆਂ, ਤੇ ਉਹਨਾਂ ਊਂਠਾਂ ਦੇ ਸਮੇਤ ਉਹ 2 ਛੋਲਿਆਂ ਦੀਆਂ ਮੁੱਠਾਂ ਦੇ ਕੇ ਵਾਪਸ ਮੋੜ ਦਿੱਤੇ ਊਂਠ। ਉਹ ਜਦੋਂ 2 ਛੋਲਿਆਂ ਦੀਆਂ ਮੁੱਠਾਂ ਦੇ ਕੇ ਵਾਪਸ ਮੋੜ ਦਿੱਤੇ, ਅਬਦਾਲੀ ਬੜਾ ਹੈਰਾਨ ਹੋਇਆ, ਕਹਿੰਦਾ ਵੀ ਇਹ 2 ਛੋਲਿਆਂ ਦੀਆਂ ਮੁੱਠਾਂ ਦੇਣ ਦਾ, ਭੇਜਣ ਦਾ ਕੀ ਮਤਲਬ, ਵੀ ਮੈਂ ਇੰਨੇ ਨੇ ਵਧੀਆ ਇਹ ਮੇਵੇ ਭੇਜੇ ਵੀ ਵਾਪਸ ਕਰ ਦਿੱਤੇ ਨੇ। ਉਹ ਕਹਿੰਦੇ ਲਹਿਣਾ ਸਿੰਘ ਨੇ ਆਖਿਆ, ਅਬਦਾਲੀ ਸਾਨੂੰ ਇਹ ਮੇਵੇ ਸਵਾਦ ਨਹੀਂ ਲੱਗਦੇ, ਸਾਨੂੰ ਕਲਗੀਧਰ ਨੇ ਆ ਛੋਲੇ ਦਿੱਤੇ, ਇਹ ਖਾ ਕੇ ਅਸੀਂ ਜੰਗ ਦੇ ਮੈਦਾਨ ਵਿੱਚ ਲੜਨਾ ਸਿੱਖਿਆ ਤੇ ਲੜਦੇ ਹਾਂ। ਰਹੀ ਗੱਲ ਲਾਹੌਰ ਦੇ ਰਾਜ ਦੀ, ਉਹ ਅਸੀਂ ਤੇਰਾ ਦਿੱਤਾ ਨਹੀਂ ਲੈਣਾ, ਸਾਨੂੰ ਬਾਜਾਂ ਵਾਲੇ ਕਲਗੀਧਰ ਨੇ ਰਾਜ ਦਿੱਤਾ, ਤੇ ਜੇ ਪੰਥ ਮੇਰੇ ਤੇ ਦਇਆ ਕਰੇਗਾ, ਪੰਥ ਦਾ ਦਿੱਤਾ ਰਾਜ ਤਾਂ ਮੈਂ ਲੈ ਸਕਦਾ, ਅਬਦਾਲੀਆ ਤੇਰਾ ਦਿੱਤਾ ਰਾਜ ਨਹੀਂ ਲੈ ਸਕਦਾ। ਮੈਂ ਇਹ ਵਿਥਿਆ ਤਾਂ ਸਰਵਣ ਕਰਾ ਰਿਹਾ ਕਿ ਹਿੰਦੁਸਤਾਨ ਤੇ 11 ਹਮਲੇ ਕਰਨ ਵਾਲਾ, ਪਾਣੀਪਤ ਦੀ ਤੀਸਰੀ ਜੰਗ ਦੇ ਵਿੱਚ ਹਿੰਦੁਸਤਾਨ ਦੇ ਸਭ ਤੋਂ ਮਹਾਨ ਸੂਰਮੇ ਕਹਾਉਣ ਵਾਲੇ ਜਿਹੜੇ ਮਰੱਟੇ ਨੇ, ਉਹਨਾਂ ਨੂੰ ਹਰਾ ਕੇ ਭਜਾਉਣ ਵਾਲਾ ਅਬਦਾਲੀ ਖੁਦ ਆਪ ਗੁਰੂ ਖਾਲਸੇ ਦੇ ਮਹਾਨ ਜਰਨੈਲਾਂ ਨੂੰ ਕਹਿ ਰਿਹਾ, ਭਾਈ ਲਹਿਣਾ ਸਿੰਘ ਨੂੰ, ਕਿ ਤੁਸੀਂ ਰਾਜ ਕਰ ਲਓ ਲਾਹੌਰ ਦਾ, ਕਿਉਂਕਿ ਪਤਾ ਸੀ ਕਿ ਜੇ ਮੇਰੇ ਦੰਦ ਕਿਸੇ ਨੇ ਖੱਟੇ ਕੀਤੇ ਆ ਹਿੰਦੁਸਤਾਨ ਵਿੱਚ, ਤਾਂ ਇਹਨਾਂ ਸਿੰਘਾਂ ਨੇ ਖੱਟੇ ਕੀਤੇ ਆ। ਇਹ ਸਪਰਿਟ ਮਹਾਰਾਜ ਕਲਗੀਧਰ ਨੇ ਆਪਣੇ ਖਾਲਸੇ 'ਚ ਭਰੀ ਹੈ, ਦਸ਼ਮੇਸ਼ ਪਿਤਾ ਨੇ। ਰਾਣੀ ਨੂੰ ਜਦੋਂ ਕਿਹਾ ਨਾ ਵੀ ਆਪਣੇ ਪੁੱਤ ਨੂੰ ਸਰਦਾਰ ਬਣਾਈ, ਕੇਸਾ ਧਾਰੀ, ਸ਼ਸਤਰ ਵਿਦਿਆ ਸਿਖਾਈ, ਉਹ ਕਹਿੰਦੀ ਜੀ ਮਲੇਛਾਂ ਦਾ ਰਾਜ ਹੈ, ਮੇਰੇ ਪੁੱਤ ਨੂੰ ਜਦੋਂ ਸ਼ਸਤਰ ਧਾਰੀ ਜਾਂ ਕੇਸਾ ਧਾਰੀ ਵੇਖਣਗੇ, ਵੱਖਰਾ ਇਹ ਨਜ਼ਰ ਆਏਗਾ, ਤੇ ਉਹ ਤਾਂ ਇਹਦੇ ਨਾਲ ਖੁੰਨ ਸਿਖਾਣਗੇ, ਉਹ ਇਹਦਾ ਕਾਰਜ ਵਿਗਾੜਨਗੇ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਇਹਨਾਂ ਦਾ ਰਾਜ ਬਹੁਤਾ ਲੰਮਾ ਸਮਾਂ ਨਹੀਂ ਹੈ ਰਾਣੀ, ਇਹਨਾਂ ਦਾ ਰਾਜ ਕੁਝ ਸਮੇਂ ਬਾਅਦ ਸਿਮਟ ਜਾਣ ਵਾਲਾ ਹੈ। ਉੱਠ ਗਈ ਸਫਾ ਮਲੇਛ ਕੀ, ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ, ਨਿਹ ਕਲੰਕ ਅਵਤਾਰ। ਇਹਨਾਂ ਦੀ ਸਫਾ ਉੱਠ ਜਾਣੀ ਹੈ ਮਲੇਛਾਂ ਦੀ। ਤਉ ਜੇ ਰਾਖੋ ਕੇਸ ਨੇ ਕੇ ਤਕ ਦਿਨ ਆਨਾ। ਮਹਾਰਾਜ ਜੀ ਕਹਿੰਦੇ ਜੇ ਤੂੰ ਆਪਣੇ ਪੁੱਤ ਦੇ ਕੇਸ ਨਾ ਰੱਖੇ ਕੁਝ ਦਿਨਾਂ ਤੋਂ ਬਾਅਦ, ਸਿੰਘ ਨਾਮ ਅਬ ਜੇ ਰੱਖੋ ਨਿਜ ਬੰਸ ਮਹਾਨਾ। ਫਿਰ ਔਖਾ ਹੋ ਜਾਣਾ ਤੇਰੀ ਕੁੱਲ ਦਾ ਰਾਜ ਭਾਗ, ਕਿਉਂਕਿ ਆਪਣੇ ਪੁੱਤ ਦੇ ਨਾਂ ਨਾਲ ਸਿੰਘ ਸ਼ਬਦ ਜ਼ਰੂਰ ਜੋੜੀ। ਮਹਾਰਾਜ ਜੀ ਨੇ ਆਖਿਆ ਵੀ ਇਹਦੇ ਨਾਂ ਨਾਲ ਜਿਹੜਾ ਸਿੰਘ ਪਦ ਹੈ, ਸਿੰਘ ਸ਼ਬਦ ਹੈ, ਉਹ ਜ਼ਰੂਰ ਜੋੜੀ। ਪੰਥ ਹਮਾਰੋ ਜਬ ਵਧੈ ਲੈ ਤੁਰਕਨ ਰਾਜੂ। ਜਦੋਂ ਮੇਰਾ ਪੰਥ ਵਧੇਗਾ, ਮੇਰੇ ਖਾਲਸੇ ਦਾ ਬੋਲ ਬਾਲਾ ਹੋਵੇਗਾ, ਉਦੋਂ ਇਹਨਾਂ ਮਲੇਛਾਂ ਕੋਲੋਂ ਮੇਰੇ ਖਾਲਸੇ ਨੇ ਰਾਜ ਖੋਹ ਲੈਣਾ ਹੈ। ਰਾਖੇਂਗੇ ਤਬ ਕੇਸ ਇਹ ਸਰ ਹੈ ਸਭ ਕਾਜੂ। ਉਸ ਵਕਤ ਫਿਰ ਤੇਰੇ ਜਿਹੜੇ ਸੰਤਾਨ ਦੇ, ਜਿਹੜੇ ਤੇਰੀ ਔਲਾਦ ਹੋਵੇਗੀ, ਕੇਸ ਰੱਖਣਗੇ ਤਾਂ ਇਹਨਾਂ ਦੇ ਕਾਰਜ ਸਵਰਨਗੇ। ਇੱਕ ਇਹਨਾਂ ਦੇ ਨਾਂ ਨਾਲ ਸਿੰਘ ਸ਼ਬਦ ਹੋਵੇਗਾ ਤਾਂ ਇਹਨਾਂ ਦੇ ਕਾਰਜ ਸਵਰਨਗੇ ਜਦੋਂ ਮੇਰੇ ਖਾਲਸੇ ਦਾ ਰਾਜ ਹੋਵੇਗਾ। ਉਥਲ ਪਥਲ ਫਿਰ ਰਾਜ ਹੋਏ ਨੈ ਮਿਟੈ ਤੁਹਾਰੋ। ਉਦੋਂ ਸਾਰੇ ਪਾਸੇ ਇੱਕ ਮੇਰੀ ਰਾਜ ਦੇ ਵਿੱਚ ਉਥਲ ਪਥਲ ਆਵੇਗੀ। ਪਰ ਜੇ ਤੇਰੇ ਬੱਚਿਆਂ ਨੇ ਸਿੰਘ ਨਾ ਰੱਖਿਆ ਹੋਵੇਗਾ, ਇਹ ਕੇਸਾ ਧਾਰੀ ਹੋਣਗੇ,
ਤੇ ਤੇਰੇ ਰਾਜ ਨੂੰ ਮੇਰਾ ਖਾਲਸਾ ਕੁਝ ਨਹੀਂ ਕਹੇਗਾ, ਤੇਰਾ ਰਾਜ ਬਰਕਰਾਰ ਰਹੇਗਾ। ਵਰਨਾ ਸਾਰੇ ਹਿੰਦੁਸਤਾਨ ਦਾ ਜਿਹੜਾ ਰਾਜ ਭਾਗ ਆ ਉਹ ਇੱਕ ਮੇਰੀ ਉਥਲ ਪਥਲ ਹੋਣਾ। ਤਬੇ ਬੰਸ ਮਿਲ ਖਾਲਸੇ ਸਗਰੇ ਸੁਖ ਤਾਰੋ। ਤੇਰੀ ਬੰਸ ਜਦੋਂ ਖਾਲਸੇ ਨਾਲ ਮਿਲੇਗੀ ਉਹਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਖੜਗ ਸਿਪਰ ਗੋਰੇ ਆਪਨੇ ਰਾਜੇ ਸੁਤ ਦੀਨੇ। ਮਹਾਰਾਜ ਜੀ ਨੇ ਆਪਣੀ ਇੱਕ ਖੜਗ ਖੰਡਾ ਤੇ ਇੱਕ ਢਾਲ, ਇਹ ਦੋ ਕੀਮਤੀ ਨਿਸ਼ਾਨੀਆਂ ਆਪਣੇ ਗਾਤਰੇ ਦੀਆਂ ਮਹਾਰਾਜ ਜੀ ਨੇ ਇਹਦੇ ਪੁੱਤਰ ਨੂੰ ਦਿੱਤੀਆਂ, ਰਾਣੀ ਦੇ ਨੂੰ, ਵੀ ਇਹ ਆਪਣੀ ਬੰਸ ਵਿੱਚ ਸਾਂਭ ਕੇ ਰੱਖਣ। ਗੁਰ ਸਥਾਨ ਰਚ ਕਰ ਰੱਖੋ ਪੂਜੋ ਹਿਤ ਪੀਨੇ। ਆਖਿਆ ਇੱਕ ਗੁਰੂ ਸਥਾਨ ਬਣਾ ਕੇ ਉੱਥੇ ਦੋਵੇਂ ਚੀਜ਼ਾਂ ਰੱਖ ਕੇ ਇਹਨਾਂ ਦੀ ਪੂਜਾ ਕਰੋ। ਪੁਰਵੋ ਮਨ ਕੀ ਕਾਮਨਾ ਸਗਰੇ ਸੁਖ ਪਾਵੋ। ਤੁਹਾਡੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ, ਤੁਹਾਨੂੰ ਸਰਬ ਸੁੱਖ ਪ੍ਰਾਪਤ ਹੋਣਗੇ। ਪੰਚਾਮ੍ਰਿਤ ਆਗੇ ਤਰੋ ਅਰਦਾਸ ਕਰਾਵੋ। ਜਦੋਂ ਕੋਈ ਕਾਰਜ ਅਟਕੇ ਇਸ ਖੰਡੇ ਤੇ ਢਾਲ ਕੋਲ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਅਰਦਾਸ ਕਰੋ, ਤੁਹਾਡੇ ਕਾਰਜ ਪੂਰੇ ਹੋਣਗੇ। ਪੀਰ ਪਰੀ ਮਿਟ ਜਾਏ ਹੈ ਜੋ ਹੋਏ ਪਿਲਾਖਾ। ਤੁਹਾਡੇ ਤੇ ਜੇ ਕੋਈ ਭੀੜ ਪਵੇਗੀ, ਔਖਾ ਵੇਲਾ ਆਵੇਗਾ, ਉਹ ਟਲ ਜਾਏਗਾ। ਜੋ ਅਭਲਾਖਾ ਹੋਵੇਗੀ ਪੂਰੀ ਹੋਵੇਗੀ। ਸੋ ਪੂਰਨ ਤੈ ਹੋਏਗੀ ਨਿਤ ਹੋਏ ਹੈ ਰਾਖਾ। ਔਰ ਤੁਹਾਡੀਆਂ ਭਾਵਨਾਵਾਂ ਪੂਰਨ ਹੋਣਗੀਆਂ, ਅਕਾਲ ਪੁਰਖ ਜੀ ਤੁਹਾਡੇ ਨਿਤ ਰਾਖੇ ਹੋਣਗੇ। ਗ੍ਰਹਿਣ ਕਰੋ ਗ੍ਰਹਿ ਰਾਖੀਐ ਸਨਮਾਨ ਸਮੇਤਾ। ਸਾਡੇ ਗਾਤਰੇ ਦਾ ਇਹ ਖੰਡਾ ਤੇ ਢਾਲ ਤੁਸੀਂ ਆਪਣੇ ਕੋਲ ਸਨਮਾਨ ਸਹਿਤ ਆਪਣੇ ਘਰ ਵਿੱਚ ਸਤਕਾਰ ਸਹਿਤ ਰੱਖ ਲਓ। ਪੁਸ਼ਪ ਧੂਪ ਨਿਤ ਦੀਜੀਏ ਨਿਜ ਪਿਖੋ ਨਿਕੇਤਾ। ਰੋਜ਼ ਇਹਨਾਂ ਸ਼ਸਤਰਾਂ ਦੀ ਪੂਜਾ ਕਰਨੀ, ਧੂਫ ਤੁਖਾਣੀ ਹੈ, ਫੁੱਲ ਪੁਸ਼ਪ ਵਗੈਰਾ ਅਰਪਣ ਕਰਕੇ ਨਮਸਕਾਰ ਕਰਨੀ ਹੈ। ਸ਼੍ਰੀ ਮੁਖ ਤੇ ਸਭ ਬਚਨ ਸੁਨ ਰਾਣੀ ਹਰ ਖਾਨੀ। ਮਹਾਰਾਜ ਜੀ ਦੇ ਬਚਨ ਸੁਣ ਕੇ ਰਾਣੀ ਬੜੀ ਪ੍ਰਸੰਨ ਹੋਈ ਕਿ ਸਤਿਗੁਰੂ ਜੀ ਨੇ ਮੇਰੀ ਬੰਸ ਤੇ ਵੀ ਕਿਰਪਾ ਕਰ ਦਿੱਤੀ ਹੈ। ਛਾਦ ਬਸਤਰ ਤੇ ਹਾਥ ਜੁਗ ਚੁੱਕ ਹੈ ਅਗਵਾਨੀ। ਇਹਨੇ ਆਪਣੇ ਬਸਤਰਾਂ ਨਾਲ ਨਾ ਹੱਥ ਪਹਿਲਾਂ ਬਸਤਰਾਂ ਨਾਲ ਕੱਜ ਲਏ ਆ, ਵੀ ਗੁਰੂ ਸਾਹਿਬ ਦੀਆਂ ਵਸਤੂਆਂ ਨੇ। ਉਹ ਮਹਾਰਾਜ ਜੀ ਦਾ ਬੜੇ ਸਤਿਕਾਰ ਨਾਲ ਪਾਤਸ਼ਾਹ ਦੇ ਕੋਲੋਂ ਬਖਸ਼ਿਆ ਖੰਡਾ ਤੇ ਢਾਲ ਇਹਨੇ ਆਪਣੇ ਹੱਥਾਂ ਵਿੱਚ ਲਿਆ। ਮਹਾਰਾਜ ਤੁਮ ਦਾਤ ਵੱਡ ਕੋ ਸਕੇ ਮਿਟਾਈ। ਕਹਿਣ ਲੱਗੀ ਮਹਾਰਾਜ ਇਹ ਆਪ ਜੀ ਦੀ ਵੱਡੀ ਦਾਤ ਹੈ ਕਿ ਇਹਦੇ 'ਚ ਇੰਨੀ ਤਾਕਤ ਹੈ ਕਿ ਆਪ ਜੀ ਦੀ ਦਿੱਤੀ ਦਾਤ ਨੂੰ ਕੋਈ ਮਿਟਾ ਸਕੇ। ਪ੍ਰੇਮ ਬਸੀ ਦ੍ਰਿੜ ਬਿਰਦ ਹੈ ਪੁਨ ਦਿਆਲ ਗੁਸਾਈ। ਮਹਾਰਾਜ ਆਪ ਜੀ ਦਾ ਬਿਰਦ ਹੈ ਪ੍ਰੇਮ ਬਸੀਕਾਰ ਹੋਣਾ, ਔਰ ਫਿਰ ਆਪ ਜੀ ਸਦਾ ਹੀ ਦਿਆਲੂ ਕਿਰਪਾਲੂ ਹੋ। ਸਤਿਗੁਰ ਕਰ ਅਰਬਿੰਦ ਤੇ ਬਖਸ਼ੀ ਲਖ ਦਾਸਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚੋਂ ਇਹ ਦਾਤ ਇਹਨੂੰ ਪ੍ਰਾਪਤ ਹੋਈ, ਮਹਾਰਾਜ ਜੀ ਨੇ ਬਖਸ਼ੀ ਹੈ। ਹਾਥਨ ਪਰ ਰਾਨੀ ਤਰੇ ਔਰ ਆਨੰਦ ਰਾਸਾ। ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹੱਥਾਂ ਵਿੱਚ ਲੈ ਕੇ ਰਾਣੀ ਬੜੀ ਪ੍ਰਸੰਨ ਹੋਈ। ਪੁਨ ਸਿਰ ਪਰ ਤਰ ਚੌਂਪ ਸੋ ਸੁਤ ਸੀਸ ਛੁਹਾਏ। ਫਿਰ ਕਹਿੰਦੇ ਉਹ ਖੰਡਾ ਤੇ ਢਾਲ ਆਪਣੇ ਪੁੱਤਰ ਦੇ ਸੀਸ ਨਾਲ ਵੀ ਛੁਆ ਕੇ ਨਾ ਬੜੇ ਸਤਿਕਾਰ ਨਾਲ ਦੋਵੇਂ ਚੀਜ਼ਾਂ ਆਪਣੇ ਸਿਰ ਤੇ ਰੱਖੀਆਂ, ਸਤਿਕਾਰ ਨਾਲ ਕਿ ਗੁਰੂ ਪਾਤਸ਼ਾਹ ਦੀ ਬਖਸ਼ੀ ਭੇਟਾ ਹੈ। ਕਸਿਓ ਵਿਛੋਨ ਪ੍ਰਿਅੰਕ ਪਰ ਸਨਮਾਨ ਟਿਕਾਏ। ਔਰ ਇੱਕ ਬੜਾ ਸੋਹਣਾ ਪਲੰਘਾ ਬਣਵਾ ਕੇ ਨਾ ਇਹਨੇ ਉਸੇ ਦਿਨ ਹੀ ਉਹਦੇ ਤੇ ਬੜਾ ਸੁੰਦਰ ਵਿਛਾਉਣਾ ਵਿਛਾ ਕੇ ਸਾਫ਼ ਸੁਥਰਾ ਉੱਤੇ ਚੰਦੋਆ ਤਾਣ ਕੇ ਫਿਰ ਉਸ ਪਲੰਘੇ ਦੇ ਉੱਤੇ ਦੋਵੇਂ ਸ਼ਸਤਰ ਮਹਾਰਾਜ ਜੀ ਦੇ ਖੰਡਾ ਵੀ ਤੇ ਢਾਲ ਵੀ ਰੱਖ ਕੇ ਇਹਨਾਂ ਦਾ ਸਤਿਕਾਰ ਕੀਤਾ। ਇਤਿਆਦਿਕ ਬਰ ਦੇ ਗੁਰ ਠਾਂਡੇ ਤਬ ਹੋਏ। ਔਰ ਸਤਿਗੁਰੂ ਜੀ ਵਰ ਦੇ ਕੇ ਰਾਣੀ ਨੂੰ ਆਪਣੇ ਆਸਣ ਤੋਂ ਉੱਠੇ ਨੇ। ਜਿੱਥੇ ਪਾਤਸ਼ਾਹ ਬੈਠੇ ਸਨ ਉਹ ਜਗ੍ਹਾ ਉੱਥੇ ਕਿਲੇ ਦੇ ਅੰਦਰ ਬਣੀ ਹੋਈ ਹੈ। ਛੋਟੀ ਜਿਹੀ ਇਮਾਰਤ ਗੁਰਦੁਆਰਾ ਸਾਹਿਬ ਦੀ ਪੁਰਾਣੀ ਬਣੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਪ੍ਰਬੰਧ ਉੱਥੇ ਹਾਲੇ ਵੀ ਉਸ ਰਾਣੀ ਦਾ ਜਿਹੜਾ ਪਰਿਵਾਰ ਹੈ ਉਹਨਾਂ ਦਾ ਹੀ ਹੈ।
ਪਤਾ ਕਰਨ ਤੇ ਪਤਾ ਲੱਗਾ ਵੀ ਉਹ ਪਰਿਵਾਰ ਤਾਂ ਹੁਣ ਉਹਨਾਂ ਦਾ ਇੱਧਰ ਚੰਡੀਗੜ੍ਹ ਸਾਈਡ ਰਹਿੰਦਾ ਹੈ, ਪਰ ਉਹਨਾਂ ਦੇ ਨਾਂ ਨਾਲ ਹਾਲੇ ਵੀ ਸਿੰਘ ਸ਼ਬਦ ਦੀ ਵਰਤੋਂ ਕੀਤੀ ਜਾਂਦੀ। ਕੇਸਾਧਾਰੀ ਤਾਂ ਨਹੀਂ ਰਹੇ ਹੁਣ ਉਹ, ਪਰ ਗੁਰੂ ਸਾਹਿਬ ਜੀ ਦੇ ਸਥਾਨ ਦੀ ਪੂਜਾ ਦਾ ਪ੍ਰਬੰਧ ਉਹ ਕਰਦੇ ਨੇ। ਹਾਂਜੀ। ਵਹਿਰ ਚਲਨ ਕੋ ਚਿਤ ਚਹਿਓ ਰਾਨੀ ਦ੍ਰਿਗ ਜੋਏ। ਉਧਰ ਸਿੱਖ ਆਬਾਦੀ ਜਿਹੜੀ ਇਹਨਾਂ ਨਗਰਾਂ ਦੇ ਵਿੱਚ, ਖਾਸ ਕਰਕੇ ਰਾਏਪੁਰ ਨਗਰ ਵਿੱਚ, ਬਿਲਕੁਲ ਨਾਂ ਦੇ ਮਾਤਰ ਹੀ ਹੈ। ਤੋ ਸੰਗਤਾਂ ਨੂੰ ਜ਼ਰੂਰਤ ਹੈ, ਗੁਰਸਿੱਖਾਂ ਨੂੰ, ਜਦੋਂ ਸਮਾਂ ਬਣੇ ਉਸ ਸਥਾਨ 'ਤੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਉਸ ਸਥਾਨ ਨੂੰ ਉਜਾਗਰ ਕਰਨ ਦਾ ਸਮਾਂ ਹੈ, ਕਿਉਂਕਿ ਮਹਾਨ ਅਸਥਾਨ ਹੈ, ਕਲਗੀਧਰ ਦੇ ਚਰਨ ਪਏ ਨੇ। ਪਰ ਜਿਹੋ ਜਿਹਾ ਮਹਾਰਾਜ ਜੀ ਦੇ ਅਸਥਾਨ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ, ਵੈਸਾ ਨਹੀਂ ਹੈ। ਉਹ ਸਿੱਖਾਂ ਨੂੰ ਉੱਥੇ ਵੱਧ ਤੋਂ ਵੱਧ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਬੜੂ ਸਾਹਿਬ ਵਾਲੀ ਜਿਹੜੀ ਸੰਸਥਾ ਹੈ, ਉਹਨਾਂ ਵੱਲੋਂ ਉੱਥੇ ਸਾਲਾਨਾ ਸਮਾਗਮ ਕਲਗੀਧਰ ਦੇ ਪ੍ਰਕਾਸ਼ ਦਾ ਉਹ ਮਨਾਇਆ ਵੀ ਜਾਂਦਾ। ਉੱਥੇ ਨੇੜੇ ਇੱਕ ਅਕੈਡਮੀ ਹੈ, ਇੱਕ ਮੁਸਲਮਾਨ ਵੀਰ ਹੈ, ਉਹਨੇ ਆਪਣੀ ਜਗ੍ਹਾ ਅਕੈਡਮੀ ਨੂੰ ਦੇ ਕੇ ਉੱਥੇ ਸਕੂਲ ਖੁਲਵਾਇਆ, ਗੁਰਸਿੱਖੀ ਧਾਰਨ ਕੀਤੀ ਹੈ। ਤਾਂ ਉਹ ਕੁਝ ਕੁ ਪਰਿਵਾਰ ਉਸ ਸਥਾਨ 'ਤੇ ਸੇਵਾ ਸੰਭਾਲ ਕਰਦੇ ਨੇ, ਪਰ ਸੰਗਤ ਦਾ ਧਿਆਨ ਉਸ ਸਥਾਨ ਵੱਲ ਬਹੁਤਾ ਨਹੀਂ ਹੈ। ਯਾਤਰਾਵਾਂ ਕਰਦਿਆਂ ਸਮਿਆਂ ਦੌਰਾਨ ਗੁਰਸਿੱਖਾਂ ਨੂੰ ਇਹੋ ਜਿਹੇ ਜਿਹੜੇ ਅਸਥਾਨ ਹਨ, ਕਈ ਬਹੁਤ ਸਾਰੇ ਡੂੰਘਿਆਂ ਨਗਰਾਂ ਦੇ ਵਿੱਚ ਜਿੱਥੇ ਤੱਕ ਪਹੁੰਚ ਨਹੀਂ ਹੁੰਦੀ, ਜਦੋਂ ਇੱਧਰ ਰਾਜਸਥਾਨ ਦੇ ਇਲਾਕੇ 'ਚ ਜਾਈਏ, ਉੱਧਰ ਵੀ ਬਹੁਤ ਅਸਥਾਨ ਨੇ। ਤੋ ਸਹਿਜੇ ਸਹਿਜੇ ਉਹਨਾਂ ਅਸਥਾਨਾਂ ਦਾ ਦਰਸ਼ਨ ਕਰਨ ਦੇ ਬਹਾਨੇ, ਕਹਿ ਸਕਦੇ ਯਾਤਰਾ ਕਰਨ ਦੇ ਬਹਾਨੇ ਜਾਣਾ ਚਾਹੀਦਾ, ਤਾਂ ਜੋ ਉਹਨਾਂ ਸਥਾਨਾਂ ਦੀ ਮਹੱਤਤਾ ਜਿਹੜੀ ਹੈ ਉਹ ਜਗਤ ਵਿੱਚ ਜ਼ਾਹਰ ਹੋਵੇ, ਪ੍ਰਗਟ ਹੋਵੇ। ਹਾਂਜੀ। ਵਹਿਰ ਚਲਨ ਕੋ ਚਿਤ ਚਹਿਓ ਰਾਨੀ ਦ੍ਰਿਗ ਜੋਏ। ਕਲਗੀਧਰ ਜੀ ਉੱਥੋਂ ਉੱਠ ਕੇ ਰਾਣੀ ਨੂੰ ਬਖਸ਼ਿਸ਼ ਕਰਕੇ ਬਾਹਰ ਆਏ। ਰਾਣੀ ਆਪਣੇ ਨੇਤਰਾਂ ਨਾਲ ਮਹਾਰਾਜ ਜੀ ਦੇ ਦਰਸ਼ਨ ਨਿਹਾਰਦੀ ਹੈ। ਚਲੀ ਸੰਗ ਕਰ ਜੋਰਤੀ ਕਰ ਬੇਸਨ ਮਾਨਾ। ਹੱਥ ਜੋੜ ਕੇ ਬੜੇ ਸਨਮਾਨ ਨਾਲ, ਸਤਿਕਾਰ ਨਾਲ ਨਮਸਕਾਰ ਕਰਦੀ ਹੈ। ਵਹਿਰ ਦੁਰਗ ਨਿਕਸੀ ਜਬੇ ਸ਼੍ਰੀ ਬਦਨ ਬਖਾਨਾ। ਜਦੋਂ ਰਾਣੀ ਨਾਲ ਨਾਲ ਸਤਿਗੁਰਾਂ ਨੂੰ ਵਿਦਾ ਕਰਨ ਲਈ ਕਿਲੇ ਦੇ ਵਿੱਚੋਂ ਬਾਹਰ ਆਈ ਤੇ ਕਲਗੀਧਰ ਜੀ ਨੇ ਬਚਨ ਕੀਤਾ, ਥਿਰੋ ਗੁਰੂ ਸਿਮਰੋ ਸਦਾ ਪਰ ਲੋਕ ਸੁਧਾਰੋ। ਮਹਾਰਾਜ ਜੀ ਨੇ ਆਖਿਆ, ਰਾਣੀ ਜੀ ਤੁਸੀਂ ਹੁਣ ਆਪਣੇ ਮਹਿਲ 'ਚ ਥਿਰੋ, ਭਜਨ ਕਰੋ ਪਰਮੇਸ਼ਰ ਦਾ, ਔਰ ਆਪਣਾ ਪਰਲੋਕ ਸਵਾਰੋ। ਚਲੇ ਬੰਸ ਹੋਏ ਰਾਜ ਥਿਰ ਨਿਤ ਹਰ ਔਰ ਤਾਰੋ। ਤੁਹਾਡਾ ਬੰਸ ਚੱਲੇਗਾ, ਰਾਜ ਵੀ ਹੋਵੇਗਾ, ਪਰ ਆਪਣਾ ਪਰਲੋਕ ਵੀ ਸਵਾਰੋ। ਲੋਕ ਦੇ ਨਾਲ ਆਪਣੇ ਪਰਲੋਕ ਦਾ ਭਲਾ ਵੀ ਕਰੋ। ਇਮ ਧੀਰਜ ਦੇ ਕਰ ਗਏ ਪ੍ਰਭ ਮਹਾ ਕਿਰਪਾਲਾ। ਮਹਾਨ ਕਿਰਪਾਲੂ ਸਤਿਗੁਰੂ ਜੀ ਧੀਰਜ ਦੇ ਕੇ ਚੱਲ ਪਏ। ਮੁਕਤ ਆਦ ਬਖਸ਼ਨ ਕਰੇ ਪਿਖ ਪ੍ਰੇਮ ਵਿਸਾਲਾ। ਮੁਕਤੀ ਆਦਿਕ ਦਾ ਦਾਨ ਮਹਾਰਾਜ ਜੀ ਬਖਸ਼ਦੇ ਨੇ, ਜਿਹੜਾ ਕੋਈ ਪ੍ਰੇਮ ਭਾਵਨਾ ਨਾਲ ਸਤਿਗੁਰਾਂ ਦੀ ਸੇਵਾ ਕਰਦਾ ਹੈ। ਇਸ ਬਿਦ ਲਖ ਜੇ ਭਜਤ ਨੇ ਸੇ ਅਤਮਤ ਹੀਨਾ। ਭਾਈ ਸਾਹਿਬ ਕਹਿੰਦੇ ਵੀ ਸਤਿਗੁਰਾਂ ਨੂੰ ਐਸਾ ਸੁਖ ਦਾਤਾ ਜਾਣ ਕੇ ਜਿਹੜੇ ਕਲਗੀਧਰ ਦਾ ਭਜਨ ਨਹੀਂ ਕਰਦੇ, ਉਹਨਾਂ ਵਰਗਾ ਮਾੜੇ ਭਾਗਾਂ ਵਾਲਾ ਬੰਦਾ ਹੀ ਕੋਈ ਨਹੀਂ ਸੰਸਾਰ 'ਚ। ਜਿਹਨੂੰ ਇਹ ਪਤਾ ਹੋਵੇ ਵੀ ਕਲਗੀਧਰ ਸੁਖ ਦਾਤੇ ਨੇ, ਮੁਕਤੀ ਦਾਤੇ ਨੇ, ਇਹ ਪਤਾ ਹੋਣ ਦੇ ਬਾਵਜੂਦ ਵੀ ਕਲਗੀਧਰ ਦਾ ਭਜਨ ਨਹੀਂ ਕਰਦਾ, ਭਾਈ ਸਾਹਿਬ ਕਹਿੰਦੇ ਫਿਰ ਉਹ ਤਾਂ ਮਤਹੀਣਾ ਹੈ। ਦਹੂ ਲੋਕ ਮੈਂ ਕਿਤੋਂ ਕੋ ਕਾਜ ਨਾ ਕਰ ਲੀਨਾ। ਉਹ ਬੰਦਾ ਤਾਂ ਫਿਰ ਦੋਹਾਂ ਜਹਾਨਾਂ ਵਿੱਚ ਆਪਣਾ ਕੋਈ ਵੀ ਕਾਰਜ ਸਿੱਧ ਨਹੀਂ ਕਰ ਸਕਦਾ। ਦਿਨ ਬਿਤਾਏ ਪੁਨ ਨਿਸਾ ਕੋ ਸੁਪਤੇ ਸੁਖ ਪਾਏ। ਦਿਨ ਬਤੀਤ ਹੋ ਗਿਆ, ਰਾਤ ਮਹਾਰਾਜ ਜੀ ਆਪਣੇ ਆਸਣਾਂ ਤੇ ਬਿਰਾਜੇ ਨੇ, ਸੁਖ ਮਾਣਿਆ। ਬੜੀ ਪ੍ਰਾਤ ਜਾਗੇ ਪ੍ਰਭੂ ਨਿਤ ਕਿਰਿਆ ਸਜਾਏ। ਅਗਲੇ ਦਿਨ ਅੰਮ੍ਰਿਤ ਵੇਲੇ ਪਾਤਸ਼ਾਹ ਉੱਠੇ ਨੇ, ਜੋ ਮੇਰੇ ਸਾਹਿਬ ਦੀ ਨਿਤ ਦੀ ਕਿਰਿਆ ਸੀ ਉਹ ਪਾਤਸ਼ਾਹ ਨੇ ਸਾਧੀ ਹੈ। ਕਹੇ ਕਵੀਸ਼ਰ ਤਹਾਂ ਕੇ ਹੇਰੇ ਸਿਰਦਾਰਾ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਉੱਥੋਂ ਦੇ ਜਿਹੜੇ ਰਾਏਪੁਰ ਇਲਾਕੇ ਦੇ ਸਰਦਾਰ ਨੇ
ਉਹ ਵੇਖੇ ਹਨ। ਅਬ ਲੈ ਮਾਨੇ ਦੁਰਗ ਮੈਂ ਸ਼ੁਭ ਥਾਨ ਸੁਧਾਰਾ। ਕਹਿੰਦੇ ਉਹ ਜਿਹੜੀ ਰਾਣੀ ਦੀ ਅੱਗੀ ਔਲਾਦ ਹੈ, ਉਹ ਹੁਣ ਵੀ ਉਹ ਨਗਰ ਵਿੱਚ ਉਹਨਾਂ ਨੇ ਆਪਣੇ ਕਿਲੇ 'ਚ ਥਾਂ ਬਣਾਈ ਹੈ ਔਰ ਉਸ ਥਾਂ ਦੀ ਪੂਜਾ ਕਰਦੇ ਨੇ। ਦ્વੈ ਭਰਾਤਾ ਥੇ ਹਮ ਪਿਖੇ ਗੁਰ ਬਰ ਨਿਤ ਸਾਚਾ। ਭਾਈ ਸਾਹਿਬ ਕਹਿੰਦੇ ਵੀ ਉਹ ਰਾਣੀ ਦੇ ਟੱਬਰ ਦੇ ਵਿੱਚੋਂ ਅੱਗੇ ਦੋ ਭਰਾ ਜਿਹੜੇ ਨੇ ਉਹ ਮੈਂ ਵੇਖੇ ਨੇ, ਜਿਹੜੇ ਉਸ ਰਾਣੀ ਦੀ ਵੰਸ਼ ਚੋਂ ਨੇ। ਤੇ ਗੁਰੂ ਸਾਹਿਬ ਦਾ ਬਚਨ ਜਿਵੇਂ ਕਲਗੀਧਰ ਨੇ ਕਿਹਾ ਸੀ, ਉਹ ਬਿਲਕੁਲ ਸੱਚ ਹੋਇਆ। ਜਦੋਂ ਇਹ ਥਲ ਪਥਲ ਦਾ ਸਮਾਂ ਹੋਇਆ, ਕਿਉਂਕਿ ਇਹ ਜਿਹੜਾ ਯਮਨਾ ਨਗਰ ਜਗਾਦਰੀ ਦਾ, ਇੱਧਰ ਬੂੜੀਏ ਤੱਕ ਦਾ, ਇੱਧਰ ਕਰਨਾਲ ਦਾਮਲੇ ਤੱਕ ਦਾ ਇਲਾਕਾ, ਇਹ ਭੰਗੀਆਂ ਦੀ ਮਿਸਲ ਕੋਲ ਰਿਹਾ। ਸਰਦਾਰ ਹਰੀ ਸਿੰਘ ਜੀ ਮਹਾਨ ਜਰਨੈਲ ਸਨ ਭੰਗੀਆਂ ਦੀ ਮਿਸਲ ਦੇ, ਤੋ ਉਹਨਾਂ ਦੇ ਇਲਾਕੇ ਦੇ ਅਧੀਨ, ਪ੍ਰਬੰਧ ਦੇ ਅਧੀਨ ਇਲਾਕੇ ਰਹੇ ਨੇ। ਉਦੋਂ ਇਹ ਜਿਹੜਾ ਰਾਜ ਸੀ ਰਾਣੀ ਦਾ, ਇਹਨੂੰ ਸਿੰਘਾਂ ਨੇ ਹੱਥ ਨਹੀਂ ਪਾਇਆ। ਜਾਣਦੇ ਸਨ ਵੀ ਇਹ ਕਲਗੀਧਰ ਨੇ ਬਖਸ਼ਿਸ਼ ਕੀਤੀ ਹੋਈ ਹੈ। ਇਹਨਾਂ ਨੂੰ ਕਿਸੇ ਪ੍ਰਕਾਰ ਦੀ ਉਸ ਵੇਲੇ ਸਿੱਖਾਂ ਦੇ ਰਾਜ ਵੇਲੇ ਕੋਈ ਦਿੱਕਤ ਨਹੀਂ ਆਈ। ਤੋ ਇਸ ਪ੍ਰਕਾਰ ਨਾਲ ਇਹ ਦਾਮਲਾ ਨਗਰ ਜਿਹੜਾ, ਜਿੱਥੋਂ ਪਠਾਨ ਸੀ ਨਾ ਮਹਾਰਾਜ ਜੀ ਕੋਲ ਆਏ, ਇਹ ਵੀ ਖਾਲਸੇ ਦੇ ਅਧੀਨ ਰਿਹਾ। ਪੌਂਟਾ ਸਾਹਿਬ ਬਚਨ ਕਰਦੇ ਸੀ ਨਾ ਸਿੰਘ ਭੰਗਾਣੀ ਜਦੋਂ ਜਿੱਤ ਕੇ ਆਏ, ਮਹਾਰਾਜ ਜੀ ਦਾਮਲਾ ਹੀ ਮਾਰ ਲਿਆਈਏ ਜਿਹੜੇ ਪਠਾਣਾ ਨੇ ਨਮਕ ਹਰਾਮੀ ਕੀਤੀ ਹੈ। ਉਦੋਂ ਪਾਤਸ਼ਾਹ ਨੇ ਰੋਕ ਦਿੱਤਾ, ਪਰ ਖਾਲਸੇ ਨੇ ਮੁੜ ਕੇ ਉਹ ਦਾਮਲੇ ਤੇ ਵੀ ਆਪਣਾ ਕਬਜ਼ਾ ਕੀਤਾ। ਕਰਨਾਲ ਤੱਕ ਦਾ ਇਲਾਕਾ ਖਾਲਸੇ ਦੇ ਅਧੀਨ ਰਿਹਾ। ਹਾਂਜੀ। ਭਈ ਪ੍ਰਾਤ ਗੁਰ ਹੇਰ ਕੈ ਮੁਖ ਕੂਚ ਉਬਾਚਾ। ਜਦੋਂ ਪ੍ਰਾਤ ਹੋਈ, ਮਹਾਰਾਜ ਜੀ ਨੇ ਅਗਲੇ ਦਿਨ ਹੁਕਮ ਕੀਤਾ, ਚਲੋ ਭਾਈ ਕੂਚ ਕਰੋ, ਇੱਥੋਂ ਚੱਲ ਆਪਾਂ ਮਾਰੀਏ। ਕਰਿਓ ਅਰੂੜਨ ਹੈ ਤਬੈ ਮਾਰਗ ਮੈਂ ਚਾਲੇ। ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਚੱਲ ਪਏ। ਬਹੁਤ ਸਾਰੇ ਸਥਾਨ ਹੋਰ ਵੀ ਉੱਥੇ ਨੇੜੇ ਤੇੜੇ ਹਨ, ਜਿਵੇਂ ਗੁਰਦੁਆਰਾ ਨਾਢਾ ਸਾਹਿਬ ਹੈ। ਉਹ ਸਾਰੇ ਸਥਾਨਾਂ ਦਾ ਵੇਰਵਾ ਭਾਈ ਸਾਹਿਬ ਜੀ ਨੇ ਨਹੀਂ ਦਿੱਤਾ। ਨੇੜੇ ਨੇੜੇ ਹੋਰ ਕਈ ਪਿੰਡਾਂ ਦੇ ਵਿੱਚ ਕਲਗੀਧਰ ਜੀ ਨੇ ਚਰਨ ਪਾਏ, ਜਿੱਥੋਂ ਜਿੱਥੋਂ ਲੰਘਦੇ ਆਏ ਉੱਥੇ ਯਾਦਗਾਰਾਂ ਬਣੀਆਂ ਹੋਈਆਂ। ਹਾਂਜੀ। ਕਰਤ ਨਿਹਾਲ ਅਨੇਕ ਕੋ ਪ੍ਰਭੂ ਮਹਾ ਕਿਰਪਾਲੇ। ਸਤਿਗੁਰੂ ਜੀ ਕਿਰਪਾਲੂ ਦਿਆਲੂ ਸਾਹਿਬ ਅਨੇਕਾਂ ਨੂੰ ਨਿਹਾਲ ਕਰਦੇ ਨੇ, ਅਨੇਕਾਂ ਨੂੰ ਕਿਰਤਾਰਥ ਕਰਦੇ ਹਨ। ਐਸੇ ਦਸ਼ਮੇਸ਼ ਪਿਤਾ ਮਹਾਰਾਜ ਜੀ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।